न लहिया। पावन शब्द जिस ਆਪਾਂ ਲੜੀਵਾਰ ਵਿਚਾਰਾਂ ਸਰਵਣ ਕਰਦੇ ਆ ਰਹੇ ਹਾਂ। ਧੰਨ ਗੁਰੂ ਰਾਮਦਾਸ ਜੀ ਦਾ ਬਖਸ਼ਿਸ਼ ਕੀਤਾ ਹੋਇਆ ਅਸ਼ਟਪਦੀ ਦੇ ਰੂਪ ਦੇ ਵਿੱਚ ਇਸ ਦੀਆਂ 4 ਪੌੜੀਆਂ ਦੀ ਵਿਚਾਰ ਕੱਲ ਸਰਵਣ ਕੀਤੀ ਸੀ। ਅੱਗੇ 4 ਪੌੜੀਆਂ ਦੀਆਂ ਵਿਚਾਰਾਂ ਅੱਜ ਸਰਵਣ ਕਰਨੀਆਂ ਨੇ। ਪਿਛਲੀਆਂ 4 ਪੌੜੀਆਂ ਦੀ ਕੜੀ ਨੂੰ ਜੋੜਨ ਦੇ ਲਈ ਕੱਲ ਵਾਲੀਆਂ ਥੋੜੀਆਂ ਵਿਚਾਰਾਂ ਨੂੰ ਸੰਖੇਪ ਰੂਪ ਦੇ ਵਿੱਚ ਸਮਝਿਆ ਜਾਵੇ ਤਾਂ ਕਿ ਅੱਗੇ ਆਉਣ ਵਾਲੀਆਂ 4 ਪੌੜੀਆਂ ਦੀ ਸਮਝ ਆ ਜਾਵੇ। ਧੰਨ ਗੁਰੂ ਰਾਮਦਾਸ ਜੀ ਇਸ ਪਾਵਨ ਸ਼ਬਦ ਦੀ ਪਹਿਲੀ ਪੌੜੀ ਦੇ ਅੰਦਰ ਕਿਰਪਾ ਕਰਦੇ ਹਨ। ਆਪੇ ਆਪ ਖਾਏ ਹੋ ਮੇਟੈ, ਅਨ ਦਿਨ ਹਰ ਰਸ ਗੀਤ ਗਵਈਆ। ਗਿਆਨ ਇੱਕ ਅੱਖਰੀ ਹੈ ਤੇ ਦੂਸਰਾ ਗਿਆਨ ਜਿਹੜਾ ਉਹ ਅਨੁਭਵੀ ਗਿਆਨ ਹੈ। ਅੱਖਰੀ ਗਿਆਨ ਪੜ੍ਹ ਕੇ ਪ੍ਰਾਪਤ ਕੀਤਾ ਜਾ ਸਕਦਾ ਹੈ। ਅੱਖਰੀ ਗਿਆਨ ਸੁਣ ਕੇ ਪ੍ਰਾਪਤ ਕੀਤਾ ਜਾ ਸਕਦਾ ਹੈ। ਕਿਸੇ ਤੋਂ ਕੁਝ ਸੁਣ ਲਿਆ, ਉਹ ਅੰਦਰ ਚੇਤਾ ਬਣ ਗਿਆ, ਕਿਸੇ ਹੋਰ ਨੂੰ ਦੱਸ ਦਿੱਤਾ। ਕਿਤੋਂ ਕੁਝ ਪੜ੍ਹ ਲਿਆ, ਉਹ ਅੰਦਰ ਚੇਤਾ ਬਣ ਗਿਆ, ਚਿੱਤ ਵਿੱਚ ਵਸ ਗਿਆ ਤੇ ਅੱਗੇ ਉਸ ਦੀ ਕਥਾ ਕਰਨੀ ਸ਼ੁਰੂ ਕਰ ਦਿੱਤੀ। ਉਹ ਵਿਚਾਰਾਂ ਅੱਗੇ ਦੱਸਣੀਆਂ ਸ਼ੁਰੂ ਕਰ ਦਿੱਤੀਆਂ। ਇਹ ਅਨੁਭਵੀ ਗਿਆਨ ਨਹੀਂ ਹੈ। ਅਨੁਭਵੀ ਗਿਆਨ ਉਹ ਹੈ ਜੋ ਮਨੁੱਖ ਦੇ ਅੰਦਰ, ਜਿਵੇਂ ਧਰਤੀ ਦੇ ਵਿੱਚੋਂ ਜਲ ਦੇ ਸੋਮੇ ਫੁੱਟਦੇ ਨੇ, ਇਸ ਤਰ੍ਹਾਂ ਆਪਣੇ ਆਪ ਨਿਕਲੇ। ਇਹ ਅਨੁਭਵੀ ਗਿਆਨ ਹੈ। ਤੇ ਦਾਸ ਨੇ ਇਸ ਦੇ ਲਈ ਇੱਕ ਨੁਕਤਾ ਪੇਸ਼ ਕੀਤਾ ਸੀ। ਇੱਕ ਮਾਂ ਹੈ, ਉਸਨੇ ਬੱਚਾ ਗੋਦ ਲਿਆ ਹੈ। ਦੂਸਰੀ ਮਾਂ ਹੈ, ਉਸਨੇ ਬੱਚੇ ਨੂੰ ਜਨਮ ਦਿੱਤਾ। ਹੁਣ ਜਿਸ ਨੇ ਬੱਚੇ ਨੂੰ ਜਨਮ ਦਿੱਤਾ ਹੈ, ਉਮੀਦਵਾਰੀ ਤੋਂ ਲੈ ਕੇ ਬੱਚੇ ਦੇ ਜਨਮ ਤੱਕ ਜਿਤਨਾ ਵੀ ਸਫ਼ਰ ਹੈ, ਉਸ ਨੂੰ ਇੱਕ ਇੱਕ ਪਲ ਦਾ ਅਨੁਭਵ ਹੈ। ਅੰਦਰ ਖੁਸ਼ੀ, ਆਨੰਦ, ਦੁੱਖ, ਸੁੱਖ, ਜੀਵਨ ਦੇ ਵਿੱਚ ਸਰੀਰ ਦੇ ਨਾਲ ਜੋ ਹੋ ਰਿਹਾ ਹੈ, ਉਸ ਨੂੰ ਪੂਰਾ ਉਹ ਸਫ਼ਰ ਦਾ ਗਿਆਨ ਹੈ। ਤੇ ਜਿਸ ਨੇ ਕਿਸੇ ਦੀ ਗੋਦ ਚੋਂ ਚੱਕ ਕੇ ਆਪਣੀ ਗੋਦ ਦੇ ਵਿੱਚ ਬਿਠਾ ਲਿਆ, ਉਹਨੂੰ ਇਹ ਗਿਆਨ ਨਹੀਂ ਆਏਗਾ, ਇਹ ਸੋਝੀ ਨਹੀਂ ਆਏਗੀ। ਇਹਨੂੰ ਸ਼ਾਰਟਕੱਟ ਦੇ ਵਿੱਚ ਇਸ ਤਰ੍ਹਾਂ ਸਮਝ ਲਓ, ਜੇ ਕਿਸੇ ਦਾ ਸਿਰ ਦੁਖਦਾ ਹੈ ਨਾ, ਉਹਨੂੰ ਫਿਰ ਸਮਝਾਉਣਾ ਨਹੀਂ ਪੈਣਾ ਵੀ ਸਿਰ ਕਿਵੇਂ ਦੁਖਦਾ ਹੁੰਦਾ। ਉਹ ਆਪਣੇ ਆਪ ਹੀ ਸਮਝ ਜਾਵੇਗਾ ਵੀ ਸਿਰ ਦੁਖਣ ਦਾ ਜੋ ਦਰਦ ਹੈ ਇਸ ਤਰ੍ਹਾਂ ਹੁੰਦਾ ਹੈ। ਤੇ ਜਿਹਨੂੰ ਕਦੇ ਸਿਰ ਦਰਦ ਹੀ ਨਹੀਂ ਹੋਈ, ਉਹਨੂੰ ਫਿਰ ਸਮਝਾਉਣਾ ਪਏਗਾ ਵੀ ਸਿਰ ਇਸ ਤਰ੍ਹਾਂ ਦੁਖਦਾ ਹੈ। ਤੇ ਸਮਝਾਉਣ ਦੇ ਨਾਲ ਵੀ ਸਮਝ ਨਹੀਂ ਆਉਂਦੀ। ਕਈ ਇਸ ਤਰ੍ਹਾਂ ਦੀਆਂ ਕਿਰਿਆਵਾਂ ਨੇ, ਇਹਨਾਂ ਨੂੰ ਸਮਝਾਉਣ ਦੇ ਨਾਲ ਵੀ ਸਮਝ ਨਹੀਂ ਆਉਂਦੀ। ਰਾਜਾ ਭੋਜ ਹੋਇਆ, ਇਸ ਨੇ ਆਪਣੇ ਦਰਬਾਰ ਦੇ ਵਿੱਚ 1400 ਵਿਦਵਾਨ ਰੱਖੇ ਸਨ। ਜਿਵੇਂ ਧੰਨ ਗੁਰੂ 10ਵੇਂ ਪਾਤਸ਼ਾਹ ਦੇ ਪਾਸ 52 ਕਵੀ ਸਨ, ਰਾਜਾ ਭੋਜ ਦੇ ਦਰਬਾਰ ਦੇ ਵਿੱਚ 1400 ਵਿਦਵਾਨ ਰਿਹਾ ਕਰਦੇ ਸਨ। ਤੇ ਉਹਨਾਂ ਨੂੰ ਸ਼ਾਹੀ ਖਜ਼ਾਨੇ ਦੇ ਵਿੱਚੋਂ ਹਰ ਮਹੀਨੇ ਵਾਲੇ ਦਿਨ ਖਰਚਾ ਦਿੱਤਾ ਜਾਂਦਾ ਸੀ, ਉਹਨਾਂ ਦਾ ਜੋ ਬੰਨਿਆ ਸੀ, ਜੋ ਰੱਖਿਆ ਸੀ। ਕਥਾ ਕਰਦਿਆਂ ਕਰਦਿਆਂ ਜੋ ਮੁਖੀ ਵਿਦਵਾਨ ਸੀ, ਅੱਜ ਕੱਲ੍ਹ ਆਪਾਂ ਜਥੇਦਾਰ ਆਖ ਦਿੰਦੇ ਹਾਂ ਜਾਂ ਗਿਆਨੀ ਜੀ ਆਖ ਦਿੰਦੇ ਹਾਂ, ਜੋ ਇਹ ਸਾਰੇ ਵਿਦਵਾਨਾਂ ਦਾ ਮੁਖੀ ਸੀ, ਜਥੇਦਾਰ ਸੀ, ਉਸਨੇ ਕਥਾ ਕਰਦਿਆਂ ਕਰਦਿਆਂ ਕਥਾ ਦੇ ਵਿੱਚ ਕਹਿ ਦਿੱਤਾ ਕਿ ਇਹ ਮੋਹ ਜਿਹੜਾ ਇਹ ਦਲਦਲ ਹੈ, ਤੇ ਦਲਦਲ ਦੇ ਵਿੱਚ ਫਸਿਆ ਹੋਇਆ ਬੰਦਾ ਜਿਹੜਾ ਇਹ ਨਿਕਲਦਾ। ਰਾਜੇ ਭੋਜ ਨੇ ਹੱਥ ਖੜਾ ਕਰ ਦਿੱਤਾ, ਕਹਿੰਦਾ ਜੀ ਪਹਿਲੋਂ ਸਾਨੂੰ ਇਹ ਸਮਝਾਓ ਵੀ ਮੋਹ ਜਿਹੜਾ ਇਹ ਦਲਦਲ ਕਿਵੇਂ ਹੈ। ਵਾਹਿਗੁਰੂ ਜੀ, ਪਹਿਲੋਂ ਸਾਨੂੰ ਇਹ ਸਮਝਾਓ ਵੀ ਮੋਹ ਜਿਹੜਾ ਇਹ ਦਲਦਲ ਕਿਵੇਂ ਹੈ।
ਇਹ ਹੁਣ ਸਮਝਾਣਾ ਹੈ ਜਿਹੜਾ ਇਹ ਅਨੁਭਵੀ ਗਿਆਨ ਦੇ ਨਾਲ ਸਮਝਾਇਆ ਜਾ ਸਕਦਾ ਹੈ, ਤੇ ਅਨੁਭਵੀ ਗਿਆਨ ਹੈ ਜਿਹੜਾ ਇਸ ਦੇ ਨਾਲ ਮਨੁੱਖ ਦੇ ਅੰਦਰੋਂ ਨੁਕਤੇ ਪੈਦਾ ਹੁੰਦੇ ਨੇ, ਨੁਕਤਿਆਂ ਦੇ ਨਾਲ ਸਮਝਾਇਆ ਜਾਂਦਾ ਹੈ। ਇਸ ਨੂੰ ਕੋਈ ਨੁਕਤਾ ਅੰਦਰੋਂ ਨਾ ਪੈਦਾ ਹੋਇਆ ਵੀ ਜਿਹੜੇ ਨੁਕਤੇ ਦੇ ਨਾਲ ਮੈਂ ਪ੍ਰੈਕਟੀਕਲੀ ਰਾਜੇ ਭੋਜ ਨੂੰ ਸਮਝਾ ਦਿਆਂ ਵੀ ਇਸ ਤਰ੍ਹਾਂ ਮੋਹ ਜਿਹੜਾ ਇੱਕ ਦਲਦਲ ਹੈ। ਰਾਜਾ ਭੋਜ ਖਿਝ ਗਿਆ, ਇਹਨੇ ਆਖਿਆ ਤੈਨੂੰ 1 ਹਫ਼ਤੇ ਦਾ ਸਮਾਂ ਦਿੱਤਾ ਹੈ, 7 ਦਿਨਾਂ ਦਾ ਸਮਾਂ ਦਿੱਤਾ ਹੈ। ਇਤਨਾ ਸਮਾਂ ਹੋ ਗਿਆ ਮੇਰੇ ਦਰਬਾਰ ਦੇ ਵਿੱਚੋਂ ਸ਼ਾਹੀ ਖਜ਼ਾਨੇ ਚੋਂ ਤੂੰ ਮਾਇਆ ਲੈਣਾ ਤੇ ਤੈਨੂੰ ਇੱਕ ਸ਼ਬਦ ਵੀ ਨੁਕਤੇ ਦੇ ਨਾਲ ਅਨੁਭਵੀ ਗਿਆਨ ਦੇ ਨਾਲ ਸਮਝਾਉਣਾ ਨਹੀਂ ਆਉਂਦਾ, ਤੈਨੂੰ ਕਤਲ ਕਰ ਦਿੱਤਾ ਜਾਏਗਾ। ਮੈਂ ਗੱਲ ਨੂੰ ਜ਼ਿਆਦਾ ਨਾ ਲੁਕਾਵਾਂ, ਆਪ ਜੀ ਨੂੰ ਗੱਲ ਦੀ ਸਿਰਫ ਸਮਝ ਆ ਜਾਵੇ ਵੀ ਅੱਖਰੀ ਗਿਆਨ ਤੇ ਅਨੁਭਵੀ ਗਿਆਨ ਕੀ ਹੁੰਦਾ ਹੈ। ਇਸ ਵਿਦਵਾਨ ਨੂੰ ਕੋਈ ਵੀ ਸੋਝੀ ਨਾ ਆਈ। 6 ਦਿਨ ਗੁਜ਼ਰ ਗਏ। 6ਵੇਂ ਦਿਨ ਦੀ ਰਾਤ ਨੂੰ ਇਹਨੇ ਘਰ ਛੱਡ ਦਿੱਤਾ ਤੇ ਮੌਤ ਤੋਂ ਡਰਦਾ ਹੋਇਆ ਜੰਗਲਾਂ ਵਾਲੇ ਪਾਸੇ ਨਿਕਲ ਗਿਆ ਵੀ ਨਾ ਮੈਂ ਇਹਨਾਂ ਨੂੰ ਲੱਭਾਂ ਤੇ ਨਾ ਮੇਰਾ ਕਤਲ ਕੀਤਾ ਜਾਵੇ। ਦੂਰ ਦਰਾਡੇ ਨਿਕਲ ਗਏ, ਰਾਤੋਂ ਰਾਤ ਸਫ਼ਰ ਤੈਅ ਹੋ ਗਏ, ਥਕਾਨ ਵੀ ਹੋ ਗਈ, ਦਿਨ ਵੀ ਚੜ੍ਹ ਗਿਆ ਤੇ ਇੱਕ ਰੁੱਖ ਦੇ ਥੱਲੇ ਵਿਸ਼ਰਾਮ ਕਰਨ ਦੇ ਲਈ ਬੈਠ ਗਏ। ਬੈਠੇ ਦੇ ਕੋਲ ਇੱਕ ਭੇਡਾਂ ਚਾਰਨ ਵਾਲਾ ਮੁਸਲਮਾਨ ਆਲੀ ਆਖ ਲਓ ਇਹਨਾਂ ਦਾ ਮਾਲਕ ਆਖ ਲਓ, ਇਹ ਭੇਡਾਂ ਲੈ ਕੇ ਆ ਗਿਆ। ਭੇਡਾਂ ਚਾਰਦਾ ਚਰਾਹੇ ਦੇ ਵਿੱਚ ਇਹ ਵੀ ਇਸ ਪੰਡਿਤ ਵਿਦਵਾਨ ਦੇ ਕੋਲ ਪਹੁੰਚ ਗਏ। ਇਸ ਮੁਸਲਮਾਨ ਨੇ ਭੇਡਾਂ ਦੇ ਪਾਲੀ ਨੇ ਸਵਾਲ ਕਰ ਦਿੱਤਾ, ਕਹਿੰਦੇ ਲੱਗਦੇ ਤੁਸੀਂ ਪੰਡਿਤ ਹੋ, ਵਿਦਵਾਨ ਹੋ, ਕਿਉਂਕਿ ਨਿਸ਼ਾਨੀਆਂ ਹੁੰਦੀਆਂ ਨੇ, ਸਿਰ ਤੇ ਪੋਦੀ ਹੋਏਗੀ, ਜਨੇਊ ਪਾਇਆ ਹੋਏਗਾ, ਧੋਤੀ ਪਾਈ ਹੋਏਗੀ ਤੇ ਸੋਹਣੇ ਵਸਤਰ ਦੀ ਕੋਈ ਬੁੱਕਲ ਮਾਰੀ ਹੋਏਗੀ। ਕਹਿੰਦਾ ਜੀ ਲੱਗਦੇ ਤੁਸੀਂ ਵਿਦਵਾਨ ਨੂੰ, ਪੰਡਿਤ ਹੋ ਤੇ ਤੁਹਾਡੇ ਚਿਹਰੇ ਤੇ ਨਾ ਉਦਾਸੀ ਛਾਈ ਹੋਈ ਹੈ, ਤੁਸੀਂ ਉਦਾਸ ਬੜੇ ਲੱਗਦੇ ਹੋ, ਦੁਖੀ ਬੜੇ ਲੱਗਦੇ ਹੋ। ਇਹ ਪੰਡਿਤ ਨੇ ਪਹਿਲੂ ਤਾਂ 1-2 ਵਾਰੀ ਉਹਦੇ ਮੂੰਹ ਵੱਲ ਵੇਖਿਆ ਵੀ ਇਹ ਲਿਬੜੇ ਜਿਹੇ ਕੱਪੜਿਆਂ ਵਾਲਾ, ਭੇਡਾਂ ਚਾਰਨ ਵਾਲਾ ਕੀ ਮੇਰੇ ਦੁੱਖ ਨੂੰ ਦੂਰ ਕਰ ਸਕਦਾ? ਪੁੱਛਦਾ ਇਸ ਤਰ੍ਹਾਂ ਜਿਵੇਂ ਦੁੱਖ ਦੂਰ ਕਰ ਦੇਣਾ ਹੁੰਦਾ ਹੈ। ਬੋਲਿਆ ਨਹੀਂ। ਇਸ ਪਾਲੀ ਨੇ ਦੂਜੀ ਵਾਰ ਫਿਰ ਆਖਿਆ ਜੀ ਤੁਸੀਂ ਉਦਾਸੀ ਦਾ ਕਾਰਨ ਨਹੀਂ ਦੱਸ ਰਹੇ, ਫਿਰ ਨਹੀਂ ਬੋਲਿਆ। ਤੀਜੀ ਵਾਰ ਇਸ ਨੇ ਫਿਰ ਆਖਿਆ ਦੁੱਖ ਦੱਸੇ ਤੋਂ ਵੰਡਿਆ ਜਾਂਦਾ ਹੁੰਦਾ ਹੈ, ਸਾਨੂੰ ਦੁੱਖ ਹੀ ਜਿਹੜਾ ਉਹ ਦੱਸਦੇ ਰਹਿਣਾ ਚਾਹੀਦਾ ਹੈ। ਦੁੱਖ ਦੱਸਣ ਦੇ ਨਾਲ ਕੋਈ ਨਾ ਕੋਈ ਭੈਣ ਭਰਾ ਇਸ ਤਰ੍ਹਾਂ ਦਾ ਜ਼ਰੂਰ ਹੁੰਦਾ ਜਿਹੜਾ ਸਾਡਾ ਦੁੱਖ ਵੰਡਾ ਸਕਦਾ ਹੋਵੇ, ਜਿਹਦੇ ਕੋਲ ਉਸ ਦੇ ਦੁੱਖ ਦਾ ਕੋਈ ਨਾ ਕੋਈ ਹੱਲ ਹੋਵੇ। ਇਹ ਪੰਡਿਤ ਨੇ ਜਿਵੇਂ ਮੈਂ ਆਪ ਜੀ ਨੂੰ ਸਾਰੀ ਵਾਰਤਾ ਦੱਸੀ ਹੈ, ਇਸ ਤਰ੍ਹਾਂ ਸਾਰੀ ਵਾਰਤਾ ਦੱਸਣਾ ਕੀਤੀ। ਕਹਿੰਦਾ ਜੀ ਮੈਂ ਬੜਾ ਵੱਡਾ ਵਿਦਵਾਨ ਪੰਡਿਤ ਹਾਂ, ਵੇਦਾਂ ਸ਼ਾਸਤਰਾਂ ਦੇ ਅਰਥ ਕਰਦਾ ਤੇ 1400 ਵਿਦਵਾਨਾਂ ਦਾ ਮੁਖੀ ਹਾਂ, ਪਰ ਅਚਨਚੇਤ ਮੇਰੇ ਮੂੰਹ ਚੋਂ ਸ਼ਬਦ ਨਿਕਲ ਗਿਆ ਲੋਭ ਦੀ ਦਲਦਲ। ਤੇ ਇਹ ਜਿਹੜੀ ਲੋਭ ਦੀ ਦਲਦਲ ਹੈ, ਇਹ ਮੈਂ ਰਾਜੇ ਨੂੰ ਕਿਸੇ ਨੁਕਤੇ ਦੇ ਨਾਲ ਨਹੀਂ ਸਮਝਾ ਸਕਦਾ। ਉਹਨੂੰ ਲੋਭ ਦੀ ਦਲਦਲ ਹੈ, ਨੁਕਤੇ ਤੋਂ ਬਿਨਾਂ ਤਾਂ ਸਮਝ ਹੀ ਨਹੀਂ ਆਏਗੀ ਵੀ ਲੋਭ ਦੀ ਦਲਦਲ ਕੀ ਹੈ। ਮੈਂ ਆਪ ਜੀ ਦੇ ਨਾਲ 2 ਕੁ ਵਚਨ ਸਾਂਝੇ ਕਰ ਲਵਾਂ, ਆਪ ਜੀ ਨੂੰ ਦੱਸ ਦੇਵਾਂ। ਵੈਸੇ ਆਪ ਸਾਰੇ ਸੂਝਵਾਨ ਹੋ, ਪਤਵੰਤੇ ਸੱਜਣ ਹੋ, ਗੁਰੂ ਦੀ ਕਿਰਪਾ ਹੈ, ਵਡੇਰੀ ਉਮਰ ਹੈ, ਪੁਰਾਣੇ ਸਮੇਂ ਦੇ ਹੋ। ਆਪ ਜੀ ਨੇ ਕਿਤੇ ਨਾ ਕਿਤੇ ਦਲਦਲ ਜ਼ਰੂਰ ਵੇਖੀ ਹੋਏਗੀ। ਜਦੋਂ ਪਾਣੀ ਦੀ ਸਤਹ ਧਰਤੀ ਦੇ ਉੱਪਰੀ ਸਿਰੇ ਤੱਕ ਆ ਜਾਂਦਾ ਹੈ ਤੇ ਫਿਰ ਇਹ ਪਾਣੀ ਜਿਹੜਾ ਧਰਤੀ ਦੇ ਕੜ ਨੂੰ ਤੋੜ ਦਿੰਦਾ ਹੈ, ਜਿਸ ਨਾਲ ਧਰਤੀ ਦੀ ਉੱਪਰੀ ਸਤਹ ਜਿਹੜੀ ਇਹ ਗਾਰਾ ਬਣ ਜਾਂਦੀ ਹੈ। ਅੱਜ ਕੱਲ੍ਹ ਅਸੀਂ ਆਮ ਸੇਮ ਆਖਦੇ ਨੇ, ਇੱਥੇ ਸੇਮ ਆ ਗਈ ਹੈ। ਜਦੋਂ ਧਰਤੀ ਦਾ ਕੜ ਟੁੱਟ ਜਾਂਦਾ ਤੇ ਫਿਰ ਇਹ ਮਨੁੱਖ ਦਾ ਭਾਰ ਹੈ ਜਿਹੜਾ ਇਹ ਨਹੀਂ ਸਹਾਰਦੀ। ਭਾਰ ਨਾ ਸਹਾਰਦੀ ਹੋਈ ਮਨੁੱਖ ਇਸ ਦੇ ਵਿੱਚ ਅੰਦਰ ਧੱਸਣਾ ਸ਼ੁਰੂ ਹੋ ਜਾਂਦਾ ਹੈ। ਜਿਵੇਂ ਜਿਵੇਂ ਯਤਨ ਕਰਦਾ ਨਾ ਮੈਂ ਬਾਹਰ ਨਿਕਲਾਂ,
ਉਵੇਂ ਅੰਦਰ ਹੀ ਜਾਈ ਜਾਂਦਾ ਹੈ ਤੇ ਅਖੀਰ ਨੂੰ ਸਾਰੇ ਦਾ ਸਾਰਾ ਅੰਦਰ ਚਲਾ ਜਾਂਦਾ ਹੈ, ਖਤਮ ਹੋ ਜਾਂਦਾ ਹੈ। ਇਸ ਨੂੰ ਦਲ-ਦਲ ਆਖਦੇ ਨੇ। ਦਲ-ਦਲ ਚਿੱਕੜ ਹੈ, ਗਾਰਾ ਹੈ। ਪਾਣੀ ਜਿਹੜਾ ਇਹ ਧਰਤੀ ਦੀ ਸਤਹ ਤੱਕ ਉੱਪਰ ਤੱਕ ਆ ਗਿਆ। ਅੱਜ ਕੱਲ੍ਹ ਤਾਂ ਸਾਡੇ ਪਾਣੀ 100 ਫੁੱਟ 'ਤੇ ਗਲੇ ਗਏ ਚੱਲੇ ਨੇ ਦਲ-ਦਲ ਤੱਕ। ਇੱਥੇ ਕਈਆਂ ਏਰੀਆ ਦੇ ਵਿੱਚ ਜਿਵੇਂ ਲੰਮੀ ਸਾਈਡ ਏ, ਇੱਧਰ ਅੱਗੇ ਪਜਾਵਾ ਪਿੰਡ ਏ, ਉੱਧਰ ਇੱਕ ਦੋ ਵਾਰੀ ਦਾਸ ਵਿਚਰਿਆ ਸੀ ਕਥਾ ਵਾਰਤਾ ਕਰਨ ਲਈ। ਉੱਧਰ ਕੁਝ ਏਰੀਏ ਦੇ ਵਿੱਚ ਮੈਂ ਵੇਖੀ ਸੀ ਇਸ ਤਰ੍ਹਾਂ ਸੇਮ ਆਈ ਹੋਈ। ਹੁਣ ਪਤਾ ਨਹੀਂ ਹੈ ਜਾਂ ਨਹੀਂ, ਅੱਜ ਤੋਂ 8-10 ਸਾਲ ਪਹਿਲਾਂ ਦੀ ਗੱਲ ਹੈ। ਰੋਹ ਚਾਰ ਜਦੋਂ ਇਹਨੇ ਪੰਡਤ ਨੇ ਸਾਰੀ ਗੱਲ ਦੱਸੀ ਹੈ ਵੀ ਜਿਹੜੀ ਲੋਭ ਦੀ ਦਲ-ਦਲ ਲੈਣਾ, ਉਸ ਦੇ ਲਈ ਮੇਰੇ ਕੋਲੇ ਕੋਈ ਯੋਗ ਨੁਕਤਾ ਹੀ ਨਹੀਂ ਵੀ ਮੈਂ ਰਾਜੇ ਨੂੰ ਸਮਝਾ ਸਕਾਂ। ਮੇਰੇ ਅੰਦਰ ਅਨੁਭਵੀ ਗਿਆਨ ਹੀ ਨਹੀਂ ਪੈਦਾ ਹੋਇਆ ਕਿ ਮੈਂ ਰਾਜੇ ਦੀ ਸ਼ੰਕਾ ਨੂੰ ਦੂਰ ਕਰ ਸਕਾਂ। ਇਹ ਮੁਸਲਮਾਨ ਨੇ ਆਖਿਆ, ਭਾਈ ਫਿਰ ਇਹਦੇ 'ਚ ਚਿੰਤਾ ਵਾਲੀ ਕਾਹਦੀ ਗੱਲ ਏ, ਤੂੰ ਛੱਡ ਕੇ ਇੱਥੇ ਆ ਗਏ ਹੈ ਤੇ ਰਾਜਾ ਜਿਹੜਾ ਉਹ ਇੱਥੇ ਤੱਕ ਹੋ ਸਕਦਾ ਨਾ ਪਹੁੰਚੇ। ਅੱਜ ਦਾ ਦਿਨ ਸਫ਼ਰ ਤੈਅ ਕਰਕੇ ਹੋਰ ਅੱਗੇ ਨਿਕਲ ਜਾਏਗਾ। ਅੱਜ ਦਾ ਦਿਨ ਤਾਂ ਰਾਜਾ ਤੇਰੀ ਤਲਾਸ਼ ਹੀ ਨਹੀਂ ਕਰਦਾ, ਕਿਉਂਕਿ 7ਵਾਂ ਦਿਨ ਹੈ। 8ਵੇਂ ਦਿਨ ਤਲਾਸ਼ ਕਰੇਗਾ, ਉਦੋਂ ਨੂੰ ਤੂੰ ਕਿਸੇ ਹੋਰ ਦੂਜੇ ਰਾਜੇ ਦੇ ਦੇਸ਼ 'ਚ ਚਲਾ ਜਾਏਗਾ। ਫਿਰ ਇਹਦੇ 'ਚ ਚਿੰਤਾ ਫਿਕਰ ਵਾਲੀ ਕਾਹਦੀ ਗੱਲ ਹੈ। ਕਹਿੰਦਾ ਚਿੰਤਾ ਫਿਕਰ ਜਿਹੜਾ ਇਹ ਰੋਜੀ ਰੋਟੀ ਦਾ ਹੈ। ਰਾਜੇ ਤੋਂ ਤਨਖਾਹ ਮਿਲ ਜਾਂਦੀ ਸੀ ਤੇ ਮੇਰਾ ਗੁਜ਼ਾਰਾ ਚੱਲਦਾ ਸੀ। ਹੁਣ ਮੈਨੂੰ ਰੋਜੀ ਰੋਟੀ ਦੀ ਚਿੰਤਾ ਹੋਈ ਹੈ, ਫਿਕਰ ਹੋਈ ਹੈ। ਇਹ ਮੁਸਲਮਾਨ ਕਹਿੰਦਾ ਫਿਰ ਮੈਂ ਤੈਨੂੰ ਇਹ ਨੁਕਤਾ ਦੱਸ ਦਿੰਦਾ, ਤੈਨੂੰ ਮੈਂ ਸਮਝਾ ਦਿੰਦਾ, ਤੂੰ ਉਵੇਂ ਜਾ ਕੇ ਰਾਜੇ ਨੂੰ ਸਮਝਾ ਦੀ, ਰਾਜੇ ਨੂੰ ਸਮਝ ਆ ਜਾਏਗੀ। ਪੰਡਤ ਬੜਾ ਖੁਸ਼ ਹੋਇਆ ਹੈ। ਕਹਿੰਦਾ ਜੀ ਛੇਤੀ ਕਰੋ, ਦੱਸੋ ਫਿਰ ਮੈਂ ਮੁੜਾਂ। ਕਹਿੰਦਾ ਇਸ ਤਰ੍ਹਾਂ ਥੋੜ੍ਹੀ ਦੱਸਿਆ ਜਾਂਦਾ ਹੈ, ਤੂੰ ਮੈਨੂੰ ਗੁਰੂ ਧਾਰਨ ਕਰ, ਗੁਰੂ ਬਣ ਕੇ ਤੇ ਤੂੰ ਸਿੱਖ ਬਣ, ਫਿਰ ਤਾਂ ਮੈਂ ਤੈਨੂੰ ਕੁਝ ਦੱਸਾਂ। ਜੇ ਤੂੰ ਇਸ ਤਰ੍ਹਾਂ ਤੇ ਫਿਰ ਮੈਂ ਤੈਨੂੰ ਇਹ ਗਿਆਨ ਨਹੀਂ ਦਿਆਂਗਾ, ਇਹ ਨੁਕਤਾ ਨਹੀਂ ਦੱਸਾਂਗਾ। ਹੁਣ ਪੰਡਤ ਸੀ ਜਿਹੜਾ, ਇਹਦੇ ਅੰਦਰ ਖਿਆਲ ਆਇਆ ਵੀ ਮੈਂ ਪੰਡਤ ਹਾਂ, ਹਿੰਦੂ ਹਾਂ ਤੇ ਇਹ ਮੁਸਲਮਾਨ ਹੈ ਤੇ ਮੈਂ ਆਪਣਾ ਧਰਮ ਕਿਵੇਂ ਪਰਿਵਰਤਨ ਕਰਾਂ। ਮੈਂ ਇੱਕ ਮੁਸਲਮਾਨ ਨੂੰ ਗੁਰੂ ਧਾਰਨ ਕਰਕੇ ਮੁਸਲਮਾਨ ਕਿਵੇਂ ਬਣਾ। ਇਹਨੇ ਨਾ ਕਰ ਦਿੱਤੀ। ਇਹ ਚਰਵਾਹਾ ਸੀ, ਇਹਨੇ ਹੋਕਰ ਮਾਰ ਕੇ ਭੇਡਾਂ ਥੋੜੀਆਂ ਜਿਹੀਆਂ ਅੱਗੇ ਤੋਰ ਲਈਆਂ, ਪਰ ਇਹਨੂੰ ਹੋ ਗਿਆ। ਤੇ ਪੰਡਤ ਨੇ ਆਖਿਆ ਵਧੀਆ ਆਪਣਾ ਦੇਸ਼ ਮਿਲਦਾ ਸੀ ਰਾਜੇ ਦੇ ਪਾਸ, ਫਿਰ ਉਸੇ ਤਰ੍ਹਾਂ ਨੌਕਰੀ ਬਣੀ ਰਹਿ ਜਾਣੀ ਸੀ, ਗੁਜ਼ਾਰਾ ਚੱਲਦਾ ਰਹਿਣਾ ਸੀ। ਤੇ ਚੱਲ ਕੀ ਹੁੰਦਾ ਹੈ, ਮੁਸਲਮਾਨ ਨੂੰ ਗੁਰੂ ਧਾਰਨ ਕਰ ਲੈਂਦੇ ਹਾਂ। ਇਹ ਉਸ ਦੇ ਪਾਸ ਗਿਆ, ਜਾ ਕੇ ਕਹਿੰਦਾ ਜੀ ਚਲੋ ਮੈਂ ਤੁਹਾਨੂੰ ਗੁਰੂ ਧਾਰਨ ਦੇ ਲਈ ਤਿਆਰ ਹਾਂ, ਮੈਂ ਤੁਹਾਨੂੰ ਗੁਰੂ ਧਾਰਨ ਕਰ ਲਿਆ। ਤੇ ਗੁਰੂ ਧਾਰਨ ਕਰਨ ਦੀ ਜਿਹੜੀ ਮਰਿਆਦਾ ਹੁੰਦੀ ਹੈ, ਚਰਨਾਂ ਤੇ ਮੱਥਾ ਟੇਕ ਦਿੱਤਾ। ਹੁਣ ਇਹ ਮੁਸਲਮਾਨ ਜਿਹੜਾ ਚਰਵਾਹਾ ਹੈ ਇਹ ਆਖਦਾ ਹੈ ਵੀ ਮੈਂ ਤੇਰਾ ਗੁਰੂ ਤਾਂ ਬਣਾਂਗਾ ਜੇ ਤੂੰ ਭੇਡਾਂ ਦਾ ਦੁੱਧ ਪੀਵੇਂਗਾ। ਜਿਵੇਂ ਸਿੱਖ ਧਰਮ ਦੇ ਵਿੱਚ ਬੱਜਰ ਕਰੈਤ ਹੈ ਤੰਬਾਕੂ ਦਾ ਸੇਵਨ, ਉਸੇ ਤਰ੍ਹਾਂ ਪੰਡਤਾਂ ਦੇ ਅੰਦਰ ਵੀ ਬੱਜਰ ਕਰੈਤ ਹੈ ਭੇਡ ਦਾ ਦੁੱਧ ਪੀਣਾ। ਪੰਡਤ ਹੋ ਕੇ ਭੇਡ ਦਾ ਦੁੱਧ ਨਹੀਂ ਪੀਵੇਗਾ ਤੇ ਸਿੱਖ ਹੋ ਕੇ ਜਰਦਾ ਨਹੀਂ ਲਾਏਗਾ, ਤੰਬਾਕੂ ਦਾ ਵਰਤੋਂ ਨਹੀਂ ਕਰੇਗਾ, ਮੁਸਲਮਾਨ ਹੋ ਕੇ ਸ਼ਰਾਬ ਨਹੀਂ ਪੀਵੇਗਾ। ਹਰ ਧਰਮ ਦੀਆਂ ਕੋਈ ਨਾ ਕੋਈ ਬੱਜਰ ਕਰੈਤਾਂ ਨੇ ਜਿਨ੍ਹਾਂ ਤੋਂ ਮਨਾਹੀ ਕੀਤੀ ਗਈ ਹੈ। ਇਹ ਹੁਣ ਪੰਡਤ ਹੈ ਜਿਹੜਾ, ਇਹ ਹੁਣ ਬੱਜਰ ਕਰੈਤ ਕਿਵੇਂ ਕਰੇ। ਇਹਨੇ ਫਿਰ ਨਾ ਕਰ ਦਿੱਤੀ। ਕਹਿੰਦਾ ਜੀ ਤੁਹਾਨੂੰ ਗੁਰੂ ਧਾਰਨਾ ਤੇ ਚਲੋ ਠੀਕ ਸੀ ਤੇ ਮੈਂ ਆ ਬੱਜਰ ਕਰੈਤ ਨਹੀਂ ਕਰਦਾ, ਮੈਂ ਭੇਡ ਦਾ ਦੁੱਧ ਨਹੀਂ ਪੀਂਦਾ। ਇਹ ਚਰਵਾਏ ਨੇ ਭੇਡਾਂ ਨੂੰ ਫਿਰ ਹੋਕਰਾ ਮਾਰਿਆ, ਥੋੜਾ ਜਿਹਾ ਹੋਰ ਪਰੇ ਨੂੰ ਲੈ ਗਏ ਚਾਰਨ ਵਾਸਤੇ। ਫਿਰ ਮਨ ਦੇ ਵਿੱਚ ਪਛਤਾਵਾ ਆਇਆ ਵੀ ਚਲੋ ਕੋਈ ਨਹੀਂ, ਨੌਕਰੀ ਤਾਂ ਮਿਲਦੀ ਹੈ ਨਾ, ਤੇ ਜੇ ਭੇਡ ਦਾ ਦੁੱਧ ਪੀ ਲਵਾਂਗੇ ਤੇ ਜਿਵੇਂ ਆਪਾਂ ਕਹਿ ਦਿੰਦੇ ਕੋਈ ਨਹੀਂ ਸਦਾਈ ਕਰਵਾ ਲਾਂਗੇ, 5 ਪਿਆਰਿਆਂ ਦੇ ਪੇਸ਼ ਹੋ ਜਾਵਾਂਗੇ, ਸਦਾਈ ਹੋ ਜਾਵੇਗੀ। ਇਹ ਪਛਤਾਪ ਕਰਦੇ ਨੇ। ਜਦੋਂ ਇਹਨਾਂ ਤੋਂ ਬੱਜਰ ਕਰੈਤ ਹੋ ਜਾਂਦੀ ਏ, ਇਹਨਾਂ ਨੇ ਪਛਤਾਪ ਕਰਨਾ ਹੁੰਦਾ। ਮੈਂ ਉਸ ਪਾਸੇ ਨਾ ਜਾਵਾਂ, ਸਿਰਫ ਆਪ ਜੀ ਨੂੰ ਸ਼ਬਦ ਹੀ ਦੱਸ ਰਿਹਾ ਕਿ ਆਪ ਜੀ ਨੂੰ ਗੱਲ ਦੀ ਸਮਝ ਆ ਜਾਵੇ ਤੇ ਸਮੇਂ ਦੇ ਅਨੁਸਾਰ ਆਪਾਂ
ਪਾਵਨ ਸ਼ਬਦ ਦਾ ਜਿਹੜਾ ਅੰਤਰੀਵ ਅਰਥ ਹੈ, ਜੋ ਗੁਰੂ ਮਹਾਰਾਜ ਜੀ ਗਿਆਨ ਦੇਣਾ ਚਾਹੁੰਦੇ ਨੇ, ਉਹਦੀ ਸਾਨੂੰ ਸਮਝ ਆ ਜਾਵੇ। ਪੰਡਤ ਜੀ ਉੱਥੇ ਖੜੇ ਖੜੇ ਸੋਚਦੇ ਨੇ, ਚਰਵਾਹਾ ਭੇਡਾਂ ਲੈ ਕੇ ਅੱਗੇ ਗਿਆ ਚਲਾਏ। ਫਿਰ ਮਨ ਦੇ ਵਿੱਚ ਖਿਆਲ ਆਇਆ ਵੀ ਚਲੋ ਕੋਈ ਨਹੀਂ, ਪਛਚਾਤਾਪ ਕਰ ਲਵਾਂਗੇ। ਉਹਦੇ ਕੋਲ ਗਿਆ ਚਲਾ, ਕਹਿੰਦਾ ਜੀ ਮੈਂ ਭੇਡਾਂ ਦਾ ਦੁੱਧ ਵੀ ਪੀਣ ਨੂੰ ਤਿਆਰ ਹਾਂ, ਤੁਹਾਨੂੰ ਗੁਰੂ ਧਾਰਨ ਕਰਨ ਨੂੰ ਵੀ ਤਿਆਰ ਹਾਂ। ਇਹਨੇ ਕਿਹਾ ਜੀ ਇਹ ਤਾਂ ਗੱਲ ਮੈਂ ਉੱਥੇ ਆਖੀ ਸੀ, ਹੁਣ ਤੈਨੂੰ ਮੇਰਾ ਜੂਠਾ ਦੁੱਧ ਪੀਣਾ ਪਏਗਾ। ਭੇਡ ਦਾ ਦੁੱਧ ਹੋਏਗਾ, ਮੈਂ ਉਸ ਨੂੰ ਜੂਠਾ ਕਰਾਂਗਾ, ਫਿਰ ਪੀਣਾ ਪਏਗਾ। ਇਹ ਫਿਰ ਚੁੱਪ ਕਰ ਗਿਆ, ਫਿਰ ਖੜ ਗਿਆ ਵੀ ਆ ਤਾਂ ਹੋਰ ਇਹਨੇ ਕੰਮ ਵਧਾ ਦਿੱਤਾ ਥੋੜਾ ਜਿਹਾ। ਪਹਿਲੂ ਗੁਰੂ ਨੂੰ ਧਾਰਨ ਕਰਨਾ, ਧਰਮ ਛੱਡਣਾ ਪੈਣਾ ਸੀ, ਹੁਣ ਬੱਜਰ ਕ੍ਰੈਤ ਵੀ ਕਰਨੀ ਪੈ ਗਈ ਹੈ। ਤੇ ਆ ਤੀਜਾ ਕੰਮ ਹੈ ਜਿਹੜਾ ਹੁਣ ਇੱਕ ਮਲੇਸ਼ ਦਾ ਜੂਠਾ ਦੁੱਧ ਪੀਣਾ, ਜਿਹੜਾ ਇੱਦਾਂ ਔਖਾ ਜਿਹਾ ਲੱਗਦਾ ਹੈ। ਇਹ ਫਿਰ ਚੁੱਪ ਕਰਕੇ ਖੜ ਗਿਆ। ਪਾਲੀ ਨੇ ਭੇਡਾਂ ਨੂੰ ਹੋਕਰ ਮਾਰੀ, ਇਹ ਥੋੜਾ ਹੋਰ ਅੱਗੇ ਲੈ ਗਏ। ਪੰਡਤ ਦੇ ਮਨ ਦੇ ਵਿੱਚ ਫਿਰ ਪਿਛਲਾ ਜਿਹੜਾ ਮੋਹ ਹੈ ਉਹ ਜਾਗਿਆ ਪਰਿਵਾਰ ਦਾ, ਤੇ ਰਾਜੇ ਤੋਂ ਜੋ ਤਨਖਾਹ ਲੈਂਦਾ ਸੀ ਉਹ ਖਿਆਲ ਆਇਆ, ਤੇ ਕਹਿੰਦਾ ਚਲੋ ਜੀ ਮੈਂ ਇਹ ਵੀ ਕਰ ਲੈਣਾ। ਇਸ ਪਾਲੀ ਨੇ ਫਿਰ ਕਹਿ ਦਿੱਤਾ ਜੀ ਉਹ ਤਾਂ ਮੈਂ ਗੱਲ ਉੱਥੇ ਆਖੀ ਸੀ, ਇੱਥੇ ਤਾਂ ਹੁਣ ਜਿਹੜਾ ਭੇਡਾਂ ਦਾ ਦੁੱਧ ਦਿਓ ਮੇਰਾ ਜੂਠਾ ਵੀ ਹੋਏਗਾ, ਤੇ ਉਸ ਤੋਂ ਬਾਅਦ ਫਿਰ ਮੈਂ ਭੇਡਾਂ ਦੀਆਂ ਮੇਂਗਣਾ ਇਹਨਾਂ ਨੇ ਜਿਹੜੀਆਂ ਉਹਦੇ 'ਚ ਘੋਲ ਦਿਆਂਗਾ ਤੇ ਤੈਨੂੰ ਉਹ ਪੀਣੀਆਂ ਪੈਣਗੀਆਂ। ਇਹਨੇ ਛੇਤੀ ਦੇ ਨਾਲ ਹਾਂ ਕਰ ਦਿੱਤੀ ਹੈ ਵੀ ਜੇ ਮੈਂ ਨਾ ਕਰੀ ਤੇ ਇਹਨੇ ਭੇਡਾਂ ਪਰੇ ਲੈ ਜਾਣੀਆਂ ਨੇ, ਤੇ ਥੋੜਾ ਜਿਹਾ ਹੋਰ ਕੰਮ ਵਧਾ ਦੇਣਾ, ਕਿਉਂ ਨਾ ਇੱਥੇ ਨਿਬੇੜ ਲਈਏ। ਇੱਥੇ ਹੁਣ ਇੱਕ ਗੱਲ ਹੋਰ ਮੈਂ ਆਪ ਜੀ ਦੇ ਨਾਲ ਸਾਂਝੀ ਕਰਾਂਗਾ। ਆਪ ਜੀ ਸਾਰਿਆਂ ਨੇ ਸੁਣਿਆ ਹੋਣਾ ਹੈ, ਜੇ ਨਹੀਂ ਸੁਣਿਆ ਤੇ ਚਲੋ ਮੈਂ ਸੁਣਾ ਦਿੰਦਾ। ਪਾਵਨ ਧਰਤੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਈਸਾਈਆਂ ਦਾ ਬੜਾ ਵੱਡਾ ਇਕੱਠ ਹੋਇਆ ਹੈ, ਤੇ ਉਸੇ ਦਿਨ ਤੋਂ ਨਾ ਕੀ ਹਿੰਦੂ ਕੀ ਮੁਸਲਮਾਨ ਤੇ ਕੀ ਸਿੱਖ ਸਾਰੇ ਬੜੇ ਚਿੰਤਤ ਨੇ, ਪਰ ਜਿਹੜਾ ਗੁਰਮੁਖ ਪਿਆਰਾ ਗੁਰਸਿੱਖ ਉਹਨੂੰ ਕੋਈ ਚਿੰਤਾ ਨਹੀਂ। ਮੇਰੇ ਕੋਲ ਵੀ ਬੜੇ ਫੋਨ ਆਏ, ਮੈਨੂੰ ਕਹਿੰਦੇ ਬਾਬਾ ਜੀ ਅਸੀਂ ਤੁਹਾਡੀ ਕਥਾ ਸੁਣਦੇ ਹਾਂ ਤੇ ਤੁਸੀਂ ਇਸ ਵਿਸ਼ੇ ਤੇ ਕੋਈ ਗੱਲ ਹੀ ਨਹੀਂ ਕੀਤੀ ਕਦੇ। ਮੈਂ ਕਹਿ ਦਿੰਦਾ ਜੀ ਮੈਂ ਚੁੰਝ ਗਿਆਨੀ ਨਹੀਂ, ਜਿਵੇਂ ਪਿੱਛੇ ਸ਼ਬਦ ਆਇਆ ਸੀ ਜਗ ਕਊਆ ਮੁਖ ਚੁੰਝ ਗਿਆਨ। ਜਿਹੜਾ ਵਰਤਮਾਨ ਦੀ ਗੱਲ ਹੈ, ਜਿਹੜਾ ਵਰਤਮਾਨ ਦਾ ਹਾਲਾਤ ਹੈ ਉਹਦੀ ਗੱਲ ਕਰਦਾ ਨਾ, ਉਹਨੂੰ ਚੁੰਝ ਗਿਆਨੀ ਆਖਿਆ ਜਾਂਦਾ ਹੈ। ਭਾਵ ਜੋ ਹੁਣ ਚੱਲ ਰਿਹਾ ਹੈ, ਜਿਵੇਂ ਕਿਸਾਨਾਂ ਦਾ ਮੋਰਚਾ ਚੱਲ ਰਿਹਾ, ਅਸੀਂ ਉਸ ਮੁੱਦੇ ਨੂੰ ਫੜ ਲਿਆ, ਗੁਰਬਾਣੀ ਤੋਂ ਪਾਸੇ ਹੋ ਗਏ, ਬੈਠੇ ਗੁਰੂ ਦੀ ਗੋਦ ਦੇ ਵਿੱਚ ਆ, ਪ੍ਰਕਾਸ਼ ਗੁਰਬਾਣੀ ਦਾ ਤੇ ਗੱਲ ਕੁਝ ਹੋਰ ਕਰ ਰਹੇ ਹਾਂ। ਇਹ ਚੁੰਝ ਗਿਆਨ ਹੈ। ਵਰਤਮਾਨ ਦੇ ਸਮੇਂ ਜੋ ਚੋਗਾ ਮੂੰਹ ਦੇ ਵਿੱਚ ਪੈ ਜਾਣਾ, ਉਸ ਗੱਲ ਨੂੰ ਲੈ ਕੇ ਤੇ ਐਵੇਂ ਸਮਾਂ ਬਰਬਾਦ ਕਰਨਾ, ਇਹਨੂੰ ਚੁੰਝ ਗਿਆਨ ਆਖਿਆ। ਸਾਡੇ ਬੜੇ ਸਤਿਕਾਰਯੋਗ ਨੇ, ਗੁੰਮਟੀ ਤੋਂ ਨੇ, ਤੇ ਅੱਜ ਕੱਲ੍ਹ ਬਠਿੰਡੇ ਉਹਨਾਂ ਨੇ ਬੈਂਕ ਦੇ ਵਿੱਚ ਲੱਗੀ ਹੋਈ ਲੜਕੀ ਦੇ ਨਾਲ ਵਿਆਹ ਕਰਾ ਲਿਆ। 5 ਪਿਆਰਿਆਂ ਦੇ ਨਾਲ ਸੇਵਾ ਦੇ ਵਿੱਚ ਵੀ ਲੱਗਦੇ ਨੇ, ਤੇ ਇਹਨਾਂ ਨੇ ਵੀ ਮੈਨੂੰ ਮੈਸੇਜ ਸੈਂਡ ਕੀਤਾ ਸੀ। ਮੈਨੂੰ ਕਹਿੰਦੇ ਬਾਬਾ ਜੀ ਤੁਸੀਂ ਵੀ ਥੋੜਾ ਬਹੁਤ ਪ੍ਰਚਾਰ ਕਰਿਆ ਕਰੋ। ਇਹਨਾਂ ਦਾ ਕੀ ਪ੍ਰਚਾਰ ਕਰਨਾ, ਇਹ ਲੋਭ ਦੀ ਦਲਦਲ ਦੇ ਵਿੱਚ ਨੇ, ਇਹ ਲੋਭ ਦੀ ਦਲਦਲ ਦੇ ਵਿੱਚ ਨੇ। ਸ਼੍ਰੋਮਣੀ ਕਮੇਟੀ ਕੋਲ ਪੈਸਾ ਬਹੁਤ ਹੈ, ਈਸਾਈ ਇਹਨਾਂ ਨੂੰ ਪੈਸੇ ਦੇ ਕੇ ਖਰੀਦ ਰਹੇ ਨੇ, ਤੇ ਸ਼੍ਰੋਮਣੀ ਕਮੇਟੀ ਇਹਨਾਂ ਨੂੰ ਪੈਸੇ ਦੇ ਕੇ ਖਰੀਦ ਲਵੇ। ਇਸ ਤਰ੍ਹਾਂ ਦੇ ਲੋਕਾਂ ਦਾ ਧਰਮ ਥੋੜ੍ਹੀ ਹੁੰਦਾ ਹੈ, ਧਰਮ ਨਹੀਂ ਹੁੰਦਾ। ਇਹਨਾਂ ਦੀ ਗੱਲ ਕਰਨੀ ਵੀ ਗੁਨਾਹ ਹੈ। ਜਿਸ ਨੇ ਪੈਸੇ ਦੇ ਲਈ ਆਪਣਾ ਧਰਮ ਜਿਹੜਾ ਵੇਚ ਦਿੱਤਾ, ਭਾਵੇਂ ਉਹ ਸਿੱਖ ਹੈ, ਭਾਵੇਂ ਹਿੰਦੂ ਹੈ, ਭਾਵੇਂ ਮੁਸਲਮਾਨ ਹੈ, ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਬੈਠ ਕੇ ਇਸ ਤਰ੍ਹਾਂ ਦੇ ਮਨੁੱਖ ਦਾ ਨਾਂ ਲੈਣਾ ਵੀ ਗੁਨਾਹ ਹੈ। ਜੇ ਕਿਸੇ ਨੂੰ ਚਿੰਤਾ, ਜੇ ਕਿਸੇ ਨੂੰ ਫਿਕਰ ਹੈ, ਤੇ ਭਾਈ ਫਿਰ ਉਹ ਇਹਨਾਂ ਨੂੰ ਪੈਸੇ ਦੇ ਕੇ ਖਰੀਦ ਲਵੇ, ਕਿਉਂਕਿ ਇਹਨਾਂ ਨੇ ਕੇਵਲ ਤੇ ਕੇਵਲ ਆਪਣਾ ਧਰਮ ਹੈ ਜਿਹੜਾ ਉਹ ਪੈਸੇ ਦੇ ਨਾਲ ਵੇਚਣਾ, ਤੇ ਪੈਸੇ ਦੇ ਨਾਲ ਹੀ ਧਰਮ ਨੂੰ ਅੱਗੇ ਖਰੀਦਣਾ ਹੈ। ਮੈਂ ਆਪ ਵੀ ਉੱਧਰ ਨਾ ਜਾਵਾਂ। ਹੁਣ ਇਹਨੇ ਸਾਰਾ ਕੁਝ ਹੀ ਪ੍ਰਵਾਨ ਕਰ ਲਿਆ, ਕਹਿੰਦਾ ਮੈਂ ਆਪਣਾ ਧਰਮ ਪਰਿਵਰਤਨ ਕਰਨ ਨੂੰ ਤਿਆਰ ਹਾਂ, ਇੱਕ ਮੁਸਲਮਾਨ ਨੂੰ ਗੁਰੂ ਬਣਾ ਲੈਣਾ, ਮੈਂ ਬੱਜਰ ਕ੍ਰੈਤ ਕਰਨ ਨੂੰ ਤਿਆਰ ਹਾਂ, ਭੇਡ ਦਾ ਦੁੱਧ ਪੀ ਲੈਣਾ, ਮੈਂ ਮਲੇਸ਼ ਦਾ ਜੂਠਾ ਪੀਣ ਨੂੰ ਵੀ ਤਿਆਰ ਹਾਂ। ਇੱਥੋਂ ਤੱਕ ਕਿ ਜਿਹੜੀ ਗੰਦਗੀ ਹੈ ਨਾ ਭੇਡਾਂ ਦੀ ਮਿੰਗਣਾ, ਇਹਦੇ ਨਾਲ ਰਲਿਆ ਹੋਇਆ ਘੋਲਿਆ ਹੋਇਆ ਦੁੱਧ ਜਿਹੜਾ ਉਹ ਵੀ ਪੀਣ ਨੂੰ ਤਿਆਰ ਹਾਂ।
ਤੇ ਇਹ ਤਿਆਰ ਕਰਕੇ ਲੈ ਆਇਆ ਮੁਸਲਮਾਨ ਭੇਡ ਦਾ ਦੁੱਧ ਪੀ ਲੈਂਦੇ ਨੇ। ਇਹਨੇ ਦੁੱਧ ਚੋਇਆ, ਉਹਨੂੰ 2 ਘੁੱਟਾਂ ਵਿੱਚੋਂ ਭਰੀਆਂ ਨੇ, ਮੀਂਗਣਾ ਘੋਲ ਦਿੱਤੀਆਂ ਨੇ ਤੇ ਲਿਆ ਕੇ ਪੰਡਤ ਜੀ ਨੂੰ ਫੜਾ ਦਿੱਤਾ। ਜਦੋਂ ਪੰਡਤ ਜੀ ਪੀਣ ਲੱਗੇ ਨੇ ਤੇ ਇਸ ਮੁਸਲਮਾਨ ਨੇ ਇਸ ਦਾ ਹੱਥ ਫੜ ਲਿਆ, ਕਹਿੰਦਾ ਨਹੀਂ ਨਾ ਪੀ, ਬਸ ਤੈਨੂੰ ਸਮਝਾਣਾ ਸੀ, ਇਹੀ ਹੈ ਮੋਹ ਦੀ ਦਲਦਲ। ਜਿਵੇਂ ਆਪਾਂ ਦਲਦਲ ਦੇ ਵਿੱਚ ਫਸ ਜਾਂਦੇ ਹਾਂ, ਇੱਕ ਪੈਰ ਖੁੱਭਿਆ ਉਹਨੂੰ ਕੱਢਦੇ ਹਾਂ ਤੇ ਦੂਜਾ ਖੁੱਭ ਜਾਂਦਾ ਹੈ, ਦੂਜੇ ਨੂੰ ਕੱਢਦੇ ਹਾਂ ਤੇ ਫਿਰ ਜਿਹੜਾ ਕੱਢਿਆ ਹੁੰਦਾ ਉਹ ਫਿਰ ਖੁੱਭ ਜਾਂਦਾ ਹੈ। ਹੱਥਾਂ ਦੇ ਨਾਲ ਯਤਨ ਕਰਦੇ ਹਾਂ ਉਹ ਵੀ ਖੁੱਭ ਜਾਂਦੇ ਨੇ। ਉਸੇ ਤਰ੍ਹਾਂ ਤੇਰੇ ਅੰਦਰ ਵੀ ਮੋਹ ਦੀ ਦਲਦਲ ਹੈ, ਤੂੰ ਮੋਹ ਦੀ ਦਲਦਲ ਦੇ ਵਿੱਚ ਫਸੇ ਹੋਏ ਨੇ, ਲੋਭ ਦੀ ਦਲਦਲ ਦੇ ਵਿੱਚ ਫਸੇ ਹੋਏ ਨੇ। ਲੋਭ ਨੇ ਤੈਨੂੰ ਧਰਮ ਪਰਿਵਰਤਨ ਕਰਨ ਦੇ ਲਈ ਵੀ ਪ੍ਰੇਰ ਦਿੱਤਾ, ਲੋਭ ਨੇ ਤੈਨੂੰ ਵਜਰ ਕਰੈਤ ਕਰਨ ਦੇ ਲਈ ਵੀ ਪ੍ਰੇਰ ਦਿੱਤਾ। ਇਸ ਲੋਭ ਦੀ ਦਲਦਲ ਨੇ ਤੈਨੂੰ ਮਲੇਸ਼ ਦਾ ਜੂਠਾ ਖਾਣ ਦੇ ਲਈ ਵੀ ਪ੍ਰੇਰ ਦਿੱਤਾ, ਤੇ ਇਸ ਲੋਭ ਦੀ ਦਲਦਲ ਨੇ ਤੈਨੂੰ ਮੀਂਗਣਾ ਵਾਲਾ ਦੁੱਧ ਜਿਹੜਾ ਇਹ ਵੀ ਪੀਣ ਦੇ ਲਈ ਪ੍ਰੇਰ ਦਿੱਤਾ। ਬਸ ਇਹੀ ਲੋਭ ਦੀ ਦਲਦਲ ਹੈ। ਜਿਹੜਾ ਇੱਕ ਵਾਰੀ ਲੋਭ ਦੀ ਦਲਦਲ ਦੇ ਵਿੱਚ ਫਸ ਗਿਆ, ਇੱਕ ਪੈਰ ਤੁਰ ਪਿਆ ਤੇ ਫਿਰ ਉਹਨੂੰ ਪਿਛਾ ਮੁੜਨਾ ਬੜਾ ਔਖਾ ਹੈ। ਫਿਰ ਅਗਲਾ ਪੈਰ ਵੀ ਉਹ ਪੱਟੇਗਾ, ਰੁਕ ਜਾਵੇਗਾ ਵੀ ਪੈਰ ਖੁੱਭ ਗਿਆ ਪਰ ਮੁੜੇਗਾ ਨਹੀਂ, ਅੱਗੇ ਹੋਰ ਤੁਰ ਪਏਗਾ। ਪਾਵਨ ਸ਼ਬਦ ਦੇ ਅੰਦਰ ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਇਸ ਨੂੰ ਅਨੁਭਵੀ ਗਿਆਨ ਆਖਦੇ ਨੇ। ਜਿਸ ਮਨੁੱਖ ਦੇ ਅੰਦਰ ਅਨੁਭਵ ਆ ਜਾਵੇ ਉਸ ਦੇ ਅੰਦਰੋਂ ਗਿਆਨ ਦੇ ਸੋਮੇ ਚੱਲ ਪੈਂਦੇ ਨੇ, ਤੇ ਜਿਸ ਦੇ ਅੰਦਰ ਅਨੁਭਵ ਨਹੀਂ ਹੈਗਾ ਉਹ ਅਖਰੀ ਗਿਆਨ ਹੈ। ਜਿੰਨਾ ਪੜ੍ਹਿਆ ਉਤਨਾ ਹੀ ਉਸ ਨੂੰ ਪਤਾ ਹੈ, ਜਿਤਨਾ ਸੁਣਿਆ ਉਤਨਾ ਹੀ ਉਸ ਨੂੰ ਪਤਾ ਹੈ, ਉਸ ਤੋਂ ਅੱਗੇ ਪਿੱਛੇ ਦਾ ਉਹਨੂੰ ਗਿਆਨ ਨਹੀਂ। ਤੇ ਇਹ ਅਨੁਭਵੀ ਗਿਆਨ ਹੈ ਜਿਹੜਾ ਆਪੇ ਆਪ ਖਾਏ। ਜਦੋਂ ਮਨੁੱਖ ਦੇ ਅੰਦਰ ਅਨੁਭਵੀ ਗਿਆਨ ਹੋ ਗਿਆ ਨਾ, ਫਿਰ ਇਹ ਆਪਣੇ ਅੰਦਰੋਂ ਸਾਰੀਆਂ ਬੁਰਾਈਆਂ ਨੂੰ ਆਪ ਹੀ ਖਾਂਦਾ ਹੈ। ਹੋ ਮੇਟੇ ਤੇ ਇੱਥੇ ਹੰਗਤਾ ਵੀ ਨਹੀਂ ਆਉਂਦੀ। ਜੇ ਮੋਹ ਦੀ ਦਲਦਲ, ਲੋਭ ਦੀ ਦਲਦਲ, ਕਾਮ ਦੀ ਦਲਦਲ, ਕ੍ਰੋਧ ਦੀ ਦਲਦਲ, ਇਹ ਸਾਰੀਆਂ ਦਲਾਂ ਨੇ, ਦਲਦਲ ਨੇ, ਚਿੱਕੜ ਇਹ ਸਾਰਾ ਹੀ ਹੋ ਮੇਟੇ। ਇਹ ਵੀ ਦਲਦਲ ਹੈ ਵੀ ਮੈਂ ਹੁਣ ਆਪਣੇ ਅੰਦਰੋਂ ਆਪ ਨੂੰ ਖਾਣ ਲੱਗ ਗਿਆ, ਇਹ ਵੀ ਖਤਮ ਹੋ ਜਾਂਦੀ ਹੈ। ਸੋ ਸੱਚੇ ਸਤਿਗੁਰੂ ਗੁਰੂ ਰਾਮਦਾਸ ਜੀ ਕਿਰਪਾ ਕਰਦੇ ਨੇ, ਹੇ ਗੁਰੂ ਸਵਾਰਿਆ, ਇਸ ਦਲਦਲ ਤੋਂ ਤੇਰਾ ਬਚਾਅ ਤਾਂ ਹੀ ਹੋਏਗਾ, ਹਰ ਗੁਣ ਗਾਵੇ ਸਦਾ ਦਿਨ ਰਾਤੀ। ਤੂੰ ਦਿਨ ਤੇ ਰਾਤ ਉਸ ਪ੍ਰਭੂ ਪਰਮਾਤਮਾ ਦੇ ਨਾਮ ਦੇ ਨਾਲ ਜੁੜਿਆ ਰਹੋ, ਉਸ ਦੇ ਗੁਣਾਂ ਦਾ ਗਾਇਨ ਕਰਦਾ ਰਹੋ। ਜੇ ਪਰਮਾਤਮਾ ਦੇ ਨਾਮ ਦੇ ਨਾਲ ਜੁੜੇਗਾ, ਉਸ ਦੇ ਗੁਣਾਂ ਦਾ ਗਾਇਨ ਕਰੇਗਾ, ਗੁਰੂ ਕਿਰਪਾ ਕਰੇਗਾ। ਸਿਮਰਨ ਦੇ ਨਾਲ, ਸੇਵਾ ਦੇ ਨਾਲ, ਬੰਦਗੀ ਦੇ ਨਾਲ ਤੇਰੇ ਅੰਦਰ ਅਨੁਭਵੀ ਗਿਆਨ ਪੈਦਾ ਹੋਏਗਾ। ਤੈਨੂੰ ਆਪਣੇ ਆਪ ਹੀ ਅਨੁਭਵ ਹੋਏਗਾ ਵੀ ਇਹ ਬੁਰਾ ਹੈ ਤੇ ਇਹ ਅੱਛਾ ਹੈ। ਫਿਰ ਕੋਈ ਤੈਨੂੰ ਧਰਮ ਪਰਿਵਰਤਨ ਕਰਨ ਦੇ ਲਈ ਮਜਬੂਰ ਹੀ ਨਹੀਂ ਕਰ ਸਕਦਾ। ਤੂੰ ਮਜਬੂਰ ਹੋ ਹੀ ਨਹੀਂ ਸਕਦਾ। ਤੂੰ ਧਰਮ ਪਰਿਵਰਤਨ ਵੀ ਨਹੀਂ ਕਰੇਗਾ, ਤੂੰ ਵਜਰ ਕਰੈਤ ਵੀ ਨਹੀਂ ਕਰੇਗਾ, ਤੇ ਤੂੰ ਕਿਸੇ ਦੀ ਝੂਠ ਹੈ ਜਿਹੜਾ ਅਸੀਂ ਹੱਕ ਪਰਾਇਆ ਨਾਨਕਾ, ਉਸ ਸੂਰ ਉਸ ਗਾਏ। ਜਿਹੜਾ ਪਰਾਇਆ ਹੱਕ ਮਾਰਦੇ ਆ ਇਹ ਸੂਰ ਹੈ, ਇਹੀ ਗਾਂ ਹੈ। ਧੰਨ ਗੁਰੂ ਨਾਨਕ ਦੇਵ ਜੀ ਨੇ ਦੋਵਾਂ ਨੂੰ ਸਾਂਝਾ ਉਪਦੇਸ਼ ਦਿੱਤਾ, ਇਹ ਝੂਠ ਵੀ ਨਹੀਂ ਖਾਏਗਾ ਤੇ ਗੰਦਗੀ ਜਿਹੜੀ ਉਹ ਵੀ ਨਹੀਂ ਖਾਏਗਾ। ਹਰ ਗੁਣ ਗਾਵੇ ਸਦਾ ਦਿਨ ਰਾਤੀ। ਹੋਏਗਾ ਤਾਂ ਜੇ ਹਰੀ ਪਰਮਾਤਮਾ ਦੇ ਗੁਣਾਂ ਨੂੰ ਦਿਨ ਤੇ ਰਾਤ ਤੂੰ ਗਾਇਨ ਕਰਦਾ ਰਹੇਗਾ। ਮੈਂ ਹਰ ਜਸ ਕਹਤੇ ਅੰਤ ਨਾ ਲਈਆ। ਤੇ ਧੰਨ ਗੁਰੂ ਰਾਮਦਾਸ ਜੀ ਕਿਰਪਾ ਕਰਦੇ ਨੇ, ਉਸ ਪਰਮਾਤਮਾ ਦਾ ਜਸ ਗਾਇਨ ਕਰਦਿਆਂ ਨਾ ਕਿਸੇ ਤੋਂ ਉਸ ਦਾ ਅੰਤ ਜਿਹੜਾ ਉਹ ਨਹੀਂ ਪਾਇਆ ਜਾ ਸਕਦਾ ਹੈ ਜੀ। ਗੁਰਮੁਖ ਮਨੁਆ ਇਕਤ ਘਰ ਆਵੇ, ਮਿਲੋ ਗੋਪਾਲ ਨਿਸ਼ਾਨ ਬਜਈਆ। ਨਾਮ ਜਪਣ ਦੇ ਨਾਲ ਗੁਰਮੁਖ ਜੀਵਨ ਹੁੰਦਾ ਹੈ, ਤੇ ਗੁਰਮੁਖ ਜਿਹੜਾ ਉਹਦਾ ਮਨ ਜਿਹੜਾ ਇਕਤ ਘਰ ਆਵੇ, ਇੱਕ ਟਿਕਾਣੇ ਤੇ ਟਿਕ ਜਾਂਦਾ ਹੈ, ਉਹ ਫਿਰ ਬਦਲਦਾ ਨਹੀਂ। ਜੇ ਹਿੰਦੂ ਹੈ ਤੇ ਹਿੰਦੂ ਰਹੇਗਾ, ਜੇ ਸਿੱਖ ਹੈ ਤੇ ਸਿੱਖ ਰਹੇਗਾ, ਜੇ ਮੁਸਲਮਾਨ ਹੈ ਤੇ ਮੁਸਲਮਾਨ ਰਹੇਗਾ। ਉਹ ਆਪਣਾ ਧਰਮ ਪਰਿਵਰਤਨ ਨਹੀਂ ਕਰੇਗਾ, ਕਿਉਂਕਿ ਉਹਦਾ ਮਨ ਜਿਹੜਾ ਇਕਤ ਕਰ ਆਵੇ, ਇੱਕ ਥਾਂ ਤੇ ਇੱਕ ਟਿਕਾਣੇ ਤੇ ਆ ਗਿਆ ਹੈ।
ਇੱਕ ਦੇ ਜੋਗਾ ਹੋ ਗਿਆ, ਇੱਕ ਦੇ ਚਰਨਾਂ ਦੇ ਨਾਲ ਲੱਗ ਗਏ। ਗੁਰਮੁਖ ਮਨਵਾ ਇਕਤ ਕਰ ਆਵੇ, ਮਿਲੋ ਗੋਪਾਲ ਨਿਸ਼ਾਨ ਬਜਈਆ। ਉਹ ਪ੍ਰਭੂ ਪਰਮਾਤਮਾ ਜੋ ਧਰਤੀ ਦੀ ਪਾਲਣਾ ਕਰਨ ਵਾਲਾ ਹੈ ਉਹਨੂੰ ਮਿਲ ਜਾਵੇਗਾ। ਨਿਸ਼ਾਨ ਦਾ ਅਰਥ ਇੱਥੇ ਨਗਾਰਾ ਹੈ, ਬਜਈਆ ਦਾ ਅਰਥ ਹੈ ਵਜਾਉਣਾ। ਫਿਰ ਉਹਨੂੰ ਡਰਨ ਦੀ ਲੋੜ ਨਹੀਂ, ਭਾਵ ਉਹ ਲੁਕ ਛਿਪ ਕੇ ਨਹੀਂ ਰਵੇਗਾ, ਉਹ ਨਗਾਰੇ ਵਜਾ ਕੇ ਰਵੇਗਾ। ਮੈਂ ਇੱਕ ਵਾਰੀ ਫਿਰ ਇਸ ਤੁਕ ਦਾ ਅਰਥ ਕਰਦੇ ਹਾਂ। ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਕਿਰਪਾ ਕਰਦੇ ਨੇ, ਜਿਹੜੇ ਗੁਰੂ ਸਵਾਰੇ ਦੇ ਅੰਦਰੋਂ ਲੋਭ ਦੀ ਦਲਦਲ, ਮੋਹ ਦੀ ਦਲਦਲ, ਭਾਵ ਵਿਕਾਰਾਂ ਦੀ ਇਹ ਜਿਹੜੀ ਦਲਦਲ ਹੈ ਇਹ ਖਤਮ ਹੋ ਗਈ ਹੈ। ਉਹ ਗੁਰਮੁਖ ਪਿਆਰਾ ਜਿਹੜਾ ਉਹਦਾ ਮਨ ਇੱਕ ਗੁਰੂ ਦੇ ਚਰਨਾਂ ਦੇ ਵਿੱਚ ਟਿਕ ਗਿਆ। ਇਕਤ ਘਰ ਆਵੇ, ਗੁਰੂ ਦੇ ਘਰ ਇੱਕ ਥਾਂ ਤੇ ਟਿਕਾਊ ਦੇ ਵਿੱਚ ਆ ਗਏ। ਮਿਲੋ ਗੋਪਾਲ, ਉਹ ਪ੍ਰਭੂ ਪਰਮਾਤਮਾ ਨੂੰ ਮਿਲੇਗਾ। ਨਿਸ਼ਾਨ ਬਜਈਆ, ਨਿਸ਼ਾਨ ਦਾ ਅਰਥ ਹੈ ਨਗਾਰੇ, ਭਾਵ ਉਹ ਫਿਰ ਲੁਕ ਛਿਪ ਕੇ ਨਹੀਂ ਰਵੇਗਾ। ਇਹਨਾਂ ਵਿਕਾਰਾਂ ਤੋਂ, ਬੁਰਾਈਆਂ ਤੋਂ ਉਹ ਡਰ ਕੇ ਨਹੀਂ ਰਵੇਗਾ। ਉਹਨੂੰ ਡਰਨ ਦੀ ਲੋੜ ਹੀ ਨਹੀਂ, ਕਿਉਂਕਿ ਉਸ ਦੇ ਅੰਦਰ ਲੋਭ ਦੀ ਦਲਦਲ ਹੈ ਜਿਹੜੀ, ਇਸ ਦਾ ਨਾਸ ਹੋ ਗਿਆ ਹੈ ਜੀ। ਨੈਣੀ ਦੇਖ ਦਰਸ ਮਨ ਤ੍ਰਿਪਤੈ, ਸਰਵਨ ਬਾਣੀ ਗੁਰ ਸ਼ਬਦ ਸੁਨਈਆ। ਅੱਗੇ 6ਵੀਂ ਪੌੜੀ ਦੇ ਅੰਦਰ ਧੰਨ ਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ। ਪ੍ਰਭੂ ਪਰਮਾਤਮਾ ਦੀ ਜਦੋਂ ਪ੍ਰਾਪਤੀ ਹੋ ਜਾਂਦੀ ਹੈ ਤੇ ਇਸ ਦਾ ਫਿਰ ਮਨੁੱਖਾ ਜੀਵਨ ਦੇ ਵਿੱਚ ਕਿਸ ਤਰ੍ਹਾਂ ਦਾ ਆਨੰਦ ਵੱਜਦਾ ਹੈ। ਨੈਣੀ ਦੇਖ ਦਰਸ ਮਨ ਤ੍ਰਿਪਤੈ, ਗਿਆਨ ਵਾਲੀਆਂ ਅੱਖਾਂ ਦੇ ਨਾਲ ਪ੍ਰਭੂ ਪਰਮਾਤਮਾ ਦਾ ਅਨੁਭਵੀ ਗਿਆਨ ਜਦੋਂ ਦਰਸ਼ਨ ਹੁੰਦਾ ਹੈ ਤੇ ਮਨ ਦੇ ਵਿੱਚ ਸੰਤੋਖ ਆ ਜਾਂਦਾ ਹੈ। ਸੰਤੋਖ ਆ ਗਿਆ ਤੇ ਲੋਭ ਖਤਮ ਹੋ ਗਿਆ, ਲੋਭ ਰਹਿ ਗਈ ਨਹੀਂ। ਸੰਤੋਖੀ ਮਨੁੱਖ ਹੈ ਜਿਹੜਾ, ਇਸ ਦੇ ਅੰਦਰ ਲੋਭ ਨਹੀਂ ਹੋਏਗਾ। ਜਿਸ ਦੇ ਅੰਦਰ ਲੋਭ ਹੋਏਗਾ ਉਹ ਇਸ ਦਲਦਲ ਦੇ ਵਿੱਚ ਡੁੱਬਣੋਂ ਨਹੀਂ ਬਚੇਗਾ। ਨੈਣੀ ਦੇਖ ਦਰਸ ਮਨ ਤ੍ਰਿਪਤੇ, ਨਾਮ ਦੀ ਕਮਾਈ ਕਰਕੇ ਇਹਨਾਂ ਨੇਤਰਾਂ ਦੇ ਨਾਲ, ਗਿਆਨ ਵਾਲੇ ਨੇਤਰਾਂ ਦੇ ਨਾਲ ਪ੍ਰਭੂ ਪਰਮਾਤਮਾ ਦੇ ਅਨੁਭਵੀ ਦਰਸ਼ਨ ਹੋ ਜਾਂਦੇ ਨੇ। ਦਰਸ਼ਨਾਂ ਦੇ ਬਾਬਤ ਧੰਨ ਗੁਰਬਾਣੀ ਦੇ ਅੰਦਰ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਆਪ ਕਿਰਪਾ ਕਰਦੇ ਨੇ। ਇੱਕ ਜਗਿਆਸੂ ਦੇ ਵੱਲੋਂ ਸਵਾਲ ਕੀਤਾ ਗਿਆ ਸੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਕਿ ਹੇ ਸੱਚੇ ਸਤਿਗੁਰ ਜੀ, ਆਪ ਆਖਦੇ ਹੋ ਕਿ ਪਰਮਾਤਮਾ ਜਿਹੜਾ ਉਸ ਦਾ ਕੋਈ ਰੂਪ ਨਹੀਂ, ਉਸ ਦਾ ਕੋਈ ਰੰਗ ਨਹੀਂ, ਉਸ ਦਾ ਕੋਈ ਆਕਾਰ ਨਹੀਂ, ਉਸ ਦਾ ਕੋਈ ਚਿਹਨ ਚੱਕਰ ਨਹੀਂ, ਤੇ ਸਾਡੀਆਂ ਅੱਖਾਂ ਨੇ ਜਿਹੜੀਆਂ ਇਹ ਤਾਂ ਕੇਵਲ ਰੂਪ ਰੰਗ ਵੇਖ ਸਕਦੀਆਂ ਨੇ, ਚਿਹਨ ਚੱਕਰ ਵੇਖ ਸਕਦੀਆਂ ਨੇ। ਤੇ ਫਿਰ ਤੁਸੀਂ ਆਖਦੇ ਹੋ ਨਾਮ ਜਪੋ, ਪਰਮਾਤਮਾ ਦੇ ਦਰਸ਼ਨ ਹੋਣਗੇ, ਸੇਵਾ ਕਰੋ, ਪਰਮਾਤਮਾ ਦੇ ਦਰਸ਼ਨ ਹੋਣਗੇ, ਤੇ ਫਿਰ ਅਸੀਂ ਦਰਸ਼ਨ ਕਿੰਦੇ ਕਰਨੇ ਨੇ। ਸਾਡੀਆਂ ਅੱਖਾਂ ਨੇ ਜਿਹੜੀਆਂ ਇਹ ਰੰਗ ਵੇਖਦੀਆਂ ਨੇ, ਸਾਡੀਆਂ ਅੱਖਾਂ ਨੇ ਜਿਹੜੀਆਂ ਇਹ ਆਕਾਰ ਵੇਖਦੀਆਂ ਨੇ, ਸਾਡੀਆਂ ਅੱਖਾਂ ਨੇ ਜਿਹੜੀਆਂ ਇਹ ਚਿਹਨ ਚੱਕਰ ਵੇਖਦੀਆਂ ਨੇ। ਇਹ ਚਿਹਨ ਚੱਕਰ ਹੁੰਦੇ ਨੇ ਜਿਵੇਂ ਕਿਸੇ ਦੇ ਸਿੰਗ ਹੋਣ, ਚਾਰ ਲੱਤਾਂ ਹੋਣ ਤੇ ਮਗਰ ਪੂਛ ਹੋਵੇ ਤੇ ਅਸੀਂ ਆਖਦੇ ਨੇ ਪਸ਼ੂ ਹੈ। ਫਿਰ ਪਸ਼ੂਆਂ ਦੇ ਵੀ ਅੱਗੇ ਚਿਹਨ ਚੱਕਰ ਨੇ। ਮੱਝ ਜਿਹੜੀ ਇਹਦੇ ਸਿੰਗ ਹੋਰ ਸਾਫ ਦੇ ਹੁੰਦੇ ਨੇ, ਗਾਂ ਦੇ ਸਿੰਗ ਹੋਰ ਸਾਫ ਦੇ ਹੁੰਦੇ ਨੇ। ਦੇਸੀ ਗਾਂ ਤੇ ਅਮਰੀਕਨ ਗਾਂ ਦੇ ਚਿਹਨ ਚੱਕਰਾਂ ਦਾ ਫਰਕ ਹੈ। ਇਹਨਾਂ ਚਿਹਨ ਚੱਕਰਾਂ ਤੋਂ ਅਸੀਂ ਉਸ ਦੀ ਪਛਾਣ ਕਰ ਲੈਂਦੇ ਹਾਂ। ਇਹ ਨਿਸ਼ਾਨੀਆਂ ਨੇ। ਚਿਹਨ ਚੱਕਰ ਦਾ ਅਰਥ ਨਿਸ਼ਾਨੀਆਂ। ਇਹ ਨਿਸ਼ਾਨੀਆਂ ਤੋਂ ਸਾਨੂੰ ਪਤਾ ਲੱਗ ਜਾਂਦਾ ਹੈ ਕੁੱਤਾ ਹੈ, ਬਿੱਲਾ ਹੈ, ਇਹ ਘੋੜਾ ਹੈ, ਇਹ ਗਧਾ ਹੈ, ਇਹ ਗਾਂ ਹੈ, ਮੱਝ ਹੈ। ਇਹ ਸਾਰੀਆਂ ਨਿਸ਼ਾਨੀਆਂ ਪਸ਼ੂ ਦੇ ਸਰੀਰ ਦੀਆਂ ਨੇ ਜਿਨ੍ਹਾਂ ਤੋਂ ਅਸੀਂ ਉਹਨੂੰ ਸਮਝ ਲੈਂਦੇ ਹਾਂ। ਪਰ ਪਰਮਾਤਮਾ ਦੀ ਤਾਂ ਕੋਈ ਇਸ ਤਰ੍ਹਾਂ ਦੀ ਨਿਸ਼ਾਨੀ ਨਹੀਂ, ਉਸ ਦਾ ਕੋਈ ਰੂਪ ਰੰਗ ਨਹੀਂ। ਧੰਨ ਗੁਰੂ ਦਸਵੇਂ ਪਾਤਸ਼ਾਹ ਵੀ ਦੱਸਦੇ ਨੇ, ਚੱਕਰ ਚਿਹਨ ਅਰ ਬਰਨ ਜਾਤ ਨਾਹਿਨ, ਜੇ ਹੈ ਰੂਪ ਰੰਗ ਅਰ ਰੇਖ ਪੇਖੂ, ਕਹਿ ਨਾ ਸਕਤ ਕੇ ਹੈ। ਕੀ ਆਖੇਗਾ ਕੋਈ ਜਿੰਦਾ ਕੋਈ ਚਿਹਨ ਚੱਕਰ ਨਹੀਂ, ਕੋਈ ਨਿਸ਼ਾਨੀ ਨਹੀਂ, ਕੋਈ ਰੂਪ ਰੰਗ ਨਹੀਂ, ਤੇ ਧੰਨ ਗੁਰੂ ਮਹਾਰਾਜ ਜੀ ਫਿਰ ਦਰਸ਼ਨ ਕਿਵੇਂ ਹੋਣਗੇ। ਗੁਰੂ ਮਹਾਰਾਜ ਜੀ ਨੇ ਜਗਿਆਸੂ ਦੇ ਸਵਾਲ ਨੂੰ ਗੁਰਬਾਣੀ ਦੇ ਅੰਦਰ ਦਰਜ ਕਰ ਦਿੱਤਾ। ਜੇ ਪੁਰਖ ਨਜ਼ਰ ਨਾ ਆ ਪਈ ਹੁਣ ਇਹ ਦਿਸਦਾ ਹੀ ਨਹੀਂ, ਕਿਉਂਕਿ ਸਾਡੀਆਂ ਅੱਖਾਂ ਨੇ ਰੰਗ ਵੇਖਣਾ, ਰੂਪ ਵੇਖਣਾ, ਆਕਾਰ ਵੇਖਣਾ, ਤੇ ਕਿਵੇਂ ਵੇਖਣਗੀਆਂ। ਜੇ ਪੁਰਖ ਨਜ਼ਰ ਨਾ ਆਵੀ ਤਿਸਕਾ ਕਿਆ ਕਰ ਕਹਿਆ ਜਾਏ। ਜਿਹੜਾ ਦਿਸਦਾ ਹੀ ਨਹੀਂ ਤੇ ਫਿਰ ਅਸੀਂ ਉਹਦੇ ਬਾਬਤ ਹੁਣ ਕਿਵੇਂ ਕਹੀਏ, ਕੀ ਆਖੀਏ। ਤੇ ਧੰਨ ਗੁਰੂ ਅਰਜਨ ਦੇਵ ਜੀ ਨੇ ਫਿਰ ਅਗਲੀ ਤੁਕ ਦੇ ਵਿੱਚ ਇਸ ਸਵਾਲ ਦਾ ਜਵਾਬ ਦਿੱਤਾ। ਬਲਿਹਾਰੀ ਗੁਰ ਆਪਣੇ ਜਿਨ ਹਿਰਦੇ
ਦਿੱਤਾ ਦਿਖਾਏ, ਇਹ ਹਿਰਦੇ ਦੇ ਨਾਲ ਵੇਖਿਆ ਜਾਂਦਾ। ਹੁਣ ਹਿਰਦੇ ਦੇ ਨਾਲ ਕਿਵੇਂ ਵੇਖਿਆ ਜਾਂਦਾ ਹੈ? ਅਨੁਭਵੀ ਗਿਆਨ ਦੇ ਨਾਲ ਵੇਖਿਆ ਜਾਂਦਾ ਹੈ। ਮਨੁੱਖ ਨੂੰ ਅੰਦਰੋਂ ਗਿਆਨ ਦਾ ਅਨੁਭਵ ਹੋ ਜਾਂਦਾ ਹੈ। ਗਿਆਨ ਦੇ ਅਨੁਭਵ ਦੇ ਨਾਲ ਅੰਦਰੋਂ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਨੈਣੀ ਦੇਖ ਦਰਸ ਮਨ ਤ੍ਰਿਪਤੇ। ਇਸ ਤਰ੍ਹਾਂ ਹਿਰਦੇ ਦੀਆਂ ਅੱਖਾਂ ਦੇ ਨਾਲ ਜਦੋਂ ਦਰਸ਼ਨ ਹੁੰਦੇ ਨੇ ਤੇ ਮਨ ਨੂੰ ਸੰਤੋਖ ਆ ਜਾਂਦਾ ਹੈ, ਮਨ ਸਬਰ ਦੇ ਵਿੱਚ ਤ੍ਰਿਪਤ ਜਾਂਦਾ ਹੈ, ਸੰਤੁਸ਼ਟੀ ਹੋ ਜਾਂਦੀ ਹੈ। ਸ਼ਰਵਣ ਬਾਣੀ ਗੁਰ ਸ਼ਬਦ ਸੁਣਈਆ। ਗੁਰੂ ਦਾ ਉਪਦੇਸ਼ ਜਿਸ ਗੁਰਬਾਣੀ ਦੇ ਵਿੱਚ ਇਹ ਫਿਰ ਇਹਨਾਂ ਕੰਨਾਂ ਦੇ ਨਾਲ ਸੁਣਨੀ ਸ਼ੁਰੂ ਹੋ ਜਾਂਦੀ ਹੈ। ਧੰਨ ਗੁਰੂ ਜੀ ਰਹਿਮਤ ਕਰਦੇ ਨੇ। ਜਦੋਂ ਅੰਦਰੋਂ ਹਿਰਦੇ ਦੇ ਵਿੱਚ ਉਸ ਪ੍ਰਭੂ ਪਰਮਾਤਮਾ ਦਾ ਅਨੁਭਵ ਹੁੰਦਾ ਹੈ ਤੇ ਫਿਰ ਇਹਨਾਂ ਕੰਨਾਂ ਦੇ ਨਾਲ ਜੋ ਸੁਰਤ ਦੇ ਕੰਨ ਨੇ ਉਹਨਾਂ ਦੇ ਨਾਲ ਉਸ ਪ੍ਰਭੂ ਪਰਮਾਤਮਾ ਦੀ ਉਪਦੇਸ਼ ਰੂਪ ਗੁਰਬਾਣੀ ਹੈ ਜਿਹੜੀ ਇਹ ਵੀ ਸੁਣੀ ਜਾ ਸਕਦੀ ਹੈ ਜੀ। ਸੁਨ ਸੁਨ ਆਤਮ ਦੇਵ ਹੈ ਕੀਨੇ, ਰਸ ਰਸ ਰਾਮ ਗਵਾਲ ਰਵਈਆ। ਇਹ ਸੁਣ ਦੀ ਜਿਹੜੀ ਸਮਰੱਥਾ ਹੈ, ਸੁਣ ਦੀ ਜਿਹੜੀ ਖਿੱਚ ਹੈ, ਇਹ ਵੀ ਬੜੀ ਅਜੀਬੋ ਕਰੀਮ ਹੈ। ਮਿਰਗ ਹੁੰਦਾ ਹੈ, ਇਹਨੂੰ ਜਦੋਂ ਹੰਡੇ ਕਿਹੜੇ ਦਾ ਸ਼ਬਦ ਸੁਣਾਈ ਦਿੰਦਾ ਹੈ, ਇਹਨੂੰ ਇਹ ਵੀ ਪਤਾ ਹੁੰਦਾ ਮੈਨੂੰ ਨਾ ਇਹ ਸ਼ਿਕਾਰੀ ਇਹ ਸ਼ਬਦ ਸੁਣਾ ਕੇ ਤੇ ਮਾਰੇਗਾ, ਮੈਂ ਬਚਾਂਗਾ ਨਹੀਂ। ਪਰ ਇਹ ਫਿਰ ਵੀ ਇਹ ਸ਼ਬਦ ਦੀ ਧੁਨ ਨੂੰ ਸੁਣ ਕੇ ਪੁੱਠਾ ਨਹੀਂ ਮੁੜ ਸਕਦਾ। ਸਾਪੇ ਜਦੋਂ ਬੀਨ ਵੱਜਦੀ ਇਹਨੂੰ ਪਤਾ ਹੁੰਦਾ ਜਿਹੜਾ ਬੀਨ ਵਜਾ ਰਿਹਾ ਇਹ ਮੈਨੂੰ ਪਕੜੇਗਾ ਜਾਂ ਮਾਰੇਗਾ, ਪਰ ਇਹ ਵੀ ਪੁੱਠਾ ਨਹੀਂ ਮੁੜ ਸਕਦਾ। ਇਹ ਸੁਣ ਦੇ ਵਿੱਚ ਇਸ ਤਰ੍ਹਾਂ ਦੀ ਖਿੱਚ ਹੈ। ਇਸੇ ਤਰ੍ਹਾਂ ਜਿਵੇਂ ਸੱਪ ਬੀਨ ਤੇ ਮਸਤ ਹੋ ਜਾਂਦਾ ਹੈ, ਮਿਰਗ ਹੰਡੇ ਕਿਹੜੇ ਦੀ ਧੁਨ ਤੇ ਮਸਤ ਹੋ ਜਾਂਦਾ ਹੈ, ਇਸ ਤਰ੍ਹਾਂ ਗੁਰਮੁਖ ਪਿਆਰੇ ਨੇ ਜਿਹੜੇ ਜਦੋਂ ਅੰਦਰੋਂ ਬਾਣੀ ਸੁਣਦੇ ਨੇ, ਉਸ ਪ੍ਰਭੂ ਪਰਮਾਤਮਾ ਦਾ ਨਾਮ ਗੁਰੂ ਦਾ ਉਪਦੇਸ਼ ਸੁਣਦੇ ਨੇ ਨਾ, ਸੁਣ ਸੁਣ ਆਤਮ ਦੇਵ ਹੈ ਭੀਨੇ। ਜੋ ਸਾਡੇ ਅੰਦਰ ਆਤਮਾ ਹੈ ਉਹਦੇ ਅੰਦਰ ਪ੍ਰਭੂ ਪਰਮਾਤਮਾ ਦਾ ਰੰਗ ਚੜ੍ਹਦਾ ਜਾਂਦਾ ਜਿਵੇਂ ਜਿਵੇਂ ਉਹਨੂੰ ਸੁਣਦੇ ਨੇ। ਰਸ ਰਸ ਰਾਮ ਗੋਪਾਲ ਰਵਈਆ। ਉਸ ਦੇ ਵਿੱਚ ਫਿਰ ਜਿਹੜਾ ਰਸ ਵੱਜਦਾ ਹੈ, ਉਸ ਰਸ ਦੇ ਵਿੱਚ ਫਿਰ ਇਸ ਤਰ੍ਹਾਂ ਰਮ ਜਾਂਦੇ ਨੇ ਜਿਵੇਂ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਸਾਡੇ ਸਾਰਿਆਂ ਦੇ ਵਿੱਚ ਰਮਿਆ ਹੋਇਆ ਹੈ ਜੀ। ਤ੍ਰੈ ਗੁਣ ਮਾਇਆ ਮੋਹਿ ਵਿਆਪੇ, ਤੁਰਿਆ ਗੁਣ ਹੈ ਗੁਰਮੁਖ ਲਹੀਆ। ਧੰਨ ਗੁਰਬਾਣੀ ਦੇ ਅੰਦਰ ਮਾਇਆ ਦੇ 3 ਗੁਣ ਦੱਸੇ ਨੇ, ਰਜੋ ਗੁਣ, ਤਮੋ ਗੁਣ ਤੇ ਸਤੋ ਗੁਣ। ਇਹ ਮਾਇਆ ਜਿਹੜੀ ਸਾਨੂੰ ਵੇੜਦੀ ਹੈ ਇਹਨਾਂ 3 ਗੁਣਾਂ ਦੇ ਨਾਲ। ਕਿਸੇ ਅੰਦਰ ਰਾਜਸੀ ਗੁਣ ਭਰ ਦਿੰਦੀ, ਕਿਸੇ ਅੰਦਰ ਤਾਮਸੀ ਬਿਰਤੀ, ਕਿਸੇ ਦੇ ਅੰਦਰ ਸਤੋ ਬਿਰਤੀ। ਪਰ ਜਿਹੜਾ ਗੁਰਮੁਖ ਹੈ ਨਾ, ਇਹ ਤੁਰਿਆ ਅਵਸਥਾ ਜਿਹੜੀ ਇਸ ਨੂੰ ਪ੍ਰਾਪਤ ਕਰਦਾ। ਇਹ 3 ਗੁਣ ਨੇ ਜਿਹੜੇ ਇਹ ਪਿੱਛੇ ਰਹਿ ਜਾਂਦੇ ਨੇ। ਤ੍ਰੈ ਗੁਣ ਮਾਇਆ ਮੋਹਿ ਵਿਆਪੇ। ਜਿਹੜਾ 3 ਗੁਣ ਵਾਲੀ ਮਾਇਆ ਹੈ ਨਾ, ਇਹਦਾ ਜਿਹੜੀ ਮੋਹ ਦੀ ਦਲਦਲ ਹੈ ਇਹ ਮਨਮੁਖਾਂ ਨੂੰ ਵਿਆਪਦੀ ਏ। ਤੁਰਿਆ ਗੁਣ ਹੈ ਗੁਰਮੁਖ ਲਹੀਆ। ਤੇ ਜਿਹੜਾ ਗੁਰਮੁਖ ਹੈ ਇਹ ਨਿਰਵਾਣ ਪਦਵੀ ਨੂੰ ਪ੍ਰਾਪਤ ਕਰਦਾ ਹੈ ਜੀ। ਏਕ ਦ੍ਰਿਸ਼ਟ ਸਭ ਸਮ ਕਰ ਜਾਣੈ, ਨਦਰੀ ਆਵੈ ਸਮ ਬ੍ਰਹਮ ਪਸਰਈਆ। ਹੁਣ ਜਿੰਦੇ ਅੰਦਰ ਤੁਰਿਆ ਗੁਣ ਚੱਲ ਪਏ, ਜਿੰਦੇ ਅੰਦਰ ਨਿਰਵਾਣ ਪਦਵੀ ਬਣ ਗਈ ਹੈ, ਜਿਹੜਾ ਆਪਣੇ ਅੰਦਰੋਂ ਹਿਰਦੇ ਦੇ ਵਿੱਚ ਪ੍ਰਭੂ ਪਰਮਾਤਮਾ ਦੇ ਦਰਸ਼ਨ ਕਰਨ ਦੇ ਯੋਗ ਹੋ ਗਏ, ਏਕ ਦ੍ਰਿਸ਼ਟ ਸਭ ਸਮ ਕਰ ਜਾਣੇ, ਉਹਦੇ ਲਈ ਸਾਰੇ ਇੱਕ ਹੋ ਗਏ ਨੇ। ਨਦਰੀ ਆਵੇ ਸਭ ਬ੍ਰਹਮ ਪਸਰਈਆ। ਉਹਨੂੰ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦਾ ਜਿਹੜਾ ਪਸਾਰਾ ਹੈ ਨਾ, ਇਹੀ ਸਾਰਾ ਦਿਸ ਰਿਹਾ। ਹਰ ਇੱਕ ਦੇ ਵਿੱਚ ਪਰਮਾਤਮਾ ਦੇ ਦਰਸ਼ਨ ਹੋ ਰਹੇ ਨੇ ਤੇ ਜਿੱਧਰ ਵੀ ਨਿਗਾਹ ਮਾਰਦਾ ਹੈ ਉਧਰ ਪਰਮਾਤਮਾ ਦਾ ਹੀ ਪਸਾਰਾ ਉਸ ਨੂੰ ਦਿਸਦਾ ਹੈ, ਜਿਸ ਨੇ ਪ੍ਰਭੂ ਪਰਮਾਤਮਾ ਨੂੰ ਆਪਣੇ ਹਿਰਦੇ ਰੂਪੀ ਨੇਤਰਾਂ ਦੇ ਨਾਲ ਵੇਖਣਾ ਕੀਤਾ ਹੈ ਤੇ ਉਹਦੀ ਦ੍ਰਿਸ਼ਟੀ ਹੈ ਜਿਹੜੀ ਸਮੋ ਸਮਾਨ ਇੱਕ ਦ੍ਰਿਸ਼ਟੀ ਵਾਲਾ ਹੋ ਗਿਆ। ਇਹ ਸਮ ਦ੍ਰਿਸ਼ਟੀ ਹੈ ਜਿਹੜੀ, ਇਸ ਦੇ ਲਈ ਮੈਂ ਨੁਕਤਾ ਪੇਸ਼ ਕਰਦਾ। ਸਮ ਦ੍ਰਿਸ਼ਟੀ ਉਸ ਦੀ ਹੁੰਦੀ ਹੈ ਜਿਵੇਂ ਮੈਂ ਆਪਣੀ ਬੱਚੀ ਨੂੰ ਵੇਖਦਾ ਐਵੇਂ ਹੀ ਮੈਂ ਪਰਾਈ ਬੱਚੀ ਨੂੰ ਵੇਖਾਂ ਤੇ ਫਿਰ ਤਾਂ ਸਮ ਦ੍ਰਿਸ਼ਟੀ ਹੈ। ਜੇ ਮੈਂ ਆਪਣੀ ਧੀ ਨੂੰ ਹੋਰ ਨਿਗਾਹ ਨਾਲ ਵੇਖਦਾ ਤੇ ਦੂਜੇ ਦੀ ਧੀ ਨੂੰ ਹੋਰ ਨਿਗਾਹ ਨਾਲ ਵੇਖਦਾ ਤੇ ਫਿਰ ਮੇਰੀ ਦ੍ਰਿਸ਼ਟੀ ਹੈ ਜਿਹੜੀ ਇਹ ਸਮ ਦ੍ਰਿਸ਼ਟੀ ਨਹੀਂ। ਮੇਰੀ ਨਿਗਾਹ ਦੇ ਵਿੱਚ ਫਿਰ ਫਰਕ ਹੈ। ਇੱਕ ਥਾਂ ਤੇ ਮੈਂ ਵੇਖਦਾ ਇਹ ਮੇਰੀ ਧੀ ਹੈ
ਤੇ ਉਸ ਦੀ ਇੱਜ਼ਤ ਪੱਤ ਦਾ ਖਿਆਲ ਰੱਖਦਾ। ਦੂਜੀ ਥਾਂ ਤੇ ਮੈਂ ਉਸੇ ਬੱਚੇ ਦੀ ਇੱਜ਼ਤ ਪੱਤ ਨੂੰ ਹੜਪਣਾ ਚਾਹੁੰਦਾ। ਇਹ ਸਮ ਦ੍ਰਿਸ਼ਟੀ ਨਹੀਂ, ਇਹ ਚੋਰ ਦ੍ਰਿਸ਼ਟੀ ਹੈ। ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਏਕ ਦ੍ਰਿਸ਼ਟ ਸਭ ਸਮ ਕਰ ਜਾਣੇ। ਜਿਹੜਾ ਗੁਰੂ ਸਵਾਰਾ ਇੱਕ ਦ੍ਰਿਸ਼ਟੀ ਵਾਲਾ ਹੋ ਗਿਆ ਤੇ ਸਾਰਿਆਂ ਨੂੰ ਇੱਕ ਕਰਕੇ ਜਾਣਦਾ ਏ, ਫਿਰ ਉਹ ਜਿੱਧਰ ਵੀ ਵੇਖਦਾ ਉਧਰ ਪ੍ਰਭੂ ਪਰਮਾਤਮਾ ਦਾ ਪਸਾਰਾ ਹੀ ਉਸ ਨੂੰ ਦਿਸਦਾ ਹੈ ਜੀ। ਰਾਮ ਨਾਮ ਹੈ ਜੋਤ ਸਬਾਈ, ਗੁਰਮੁਖ ਆਪੇ ਲਖ ਲਖਈਆ। ਪ੍ਰਭੂ ਪਰਮਾਤਮਾ ਦੀ ਜੋਤ ਹੈ ਨਾ ਜਿਹੜੀ ਇਹ ਸਾਰਿਆਂ ਦੇ ਵਿੱਚ, ਸਬਾਈ ਦਾ ਅਰਥ ਹੈ ਸਭ ਆਈ, ਦੋ ਸ਼ਬਦਾਂ ਤੋਂ ਬਣਿਆ। ਸਭ ਸਾਰੇ ਆਈ, ਸਾਰਿਆਂ 'ਚ ਆਈ। ਜੋਤ ਸਭ ਆਈ, ਸਾਰਿਆਂ ਦੇ ਵਿੱਚ ਜੋਤ ਹੈ। ਕਿਹੜੀ? ਰਾਮ ਨਾਮ ਹੈ। ਪ੍ਰਭੂ ਪਰਮਾਤਮਾ ਜੋ ਸਾਰਿਆਂ ਦੇ ਵਿੱਚ ਰਮਿਆ ਹੋਇਆ ਹੈ, ਜੋ ਓਂਕਾਰ ਤੋਂ ਸਾਰੀ ਉਤਪਤੀ ਹੋਈ ਹੈ, ਉਸੇ ਓਂਕਾਰ ਦੀ ਜੋਤ ਹੈ ਜਿਹੜੀ ਉਹ ਸਾਰਿਆਂ ਦੇ ਵਿੱਚ ਆਈ ਹੋਈ ਹੈ। ਸਾਰਿਆਂ ਦੇ ਵਿੱਚ ਉਹ ਜੋਤ ਵਿਆਪਕ ਹੈ। ਗੁਰਮੁਖ ਆਪੇ ਅਲਖ ਲਖਈਆ। ਜਿਹੜਾ ਗੁਰਮੁਖ ਹੋ ਗਿਆ ਨਾ ਉਹ ਇਸ ਦਾ ਜਾਣੂ ਹੋਇਆ ਹੈ। ਲੱਖ ਦਾ ਅਰਥ ਹੁੰਦਾ ਜਾਣ ਲੈਣਾ ਤੇ ਅਲਖ ਦਾ ਅਰਥ ਹੁੰਦਾ ਨਾ ਜਾਣਨਾ। ਇਹਦੇ ਤੋਂ ਨਹੀਂ ਜਾਣਿਆ ਗਿਆ। ਅਲਖ ਪਰਮਾਤਮਾ ਜਿਹੜਾ ਹੈ ਇਹ ਸਾਡੇ ਤੋਂ ਨਹੀਂ ਜਾਣਿਆ ਜਾ ਸਕਦਾ। ਤੇ ਲਖਈਆ ਦਾ ਅਰਥ ਹੈ ਉਸ ਪਰਮਾਤਮਾ ਨੇ ਆਪ ਹੀ ਆਪਣਾ ਫਿਰ ਭੇਤ ਦੇ ਦਿੱਤਾ ਹੈ। ਗੁਰਮੁਖ ਆਪੇ, ਜਿਹੜਾ ਗੁਰਮੁਖ ਹੈ ਨਾ ਆਪੇ, ਉਹ ਪ੍ਰਭੂ ਪਰਮਾਤਮਾ ਆਪਣੇ ਆਪ ਹੀ। ਅਲਖ ਜੋ ਲਖਣ ਤੋਂ ਰਹਿਤ ਹੈ, ਜਿੰਦਾ ਕਿਸੇ ਨੂੰ ਅੱਜ ਤੱਕ ਭੇਤ ਨਹੀਂ ਆਇਆ। ਲਖਈਆ ਉਸ ਨੂੰ ਸਾਰੀ ਸਮਝ ਦੇ ਦਿੰਦਾ ਹੈ। ਗੁਰਬਾਣੀ ਦੇ ਅੰਦਰ ਆਪਾਂ ਰਹਿ ਰਾਸ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਾਂ, ਜਿਸ ਨੂੰ ਤੂੰ ਜਾਣਾ ਇਹ ਸੋਈ ਜਨ ਜਾਣੇ। ਇਹ ਮੇਰੇ ਵਾਹਿਗੁਰੂ, ਉਹ ਦਾਸ ਹੈ ਜਿਹੜਾ ਤੇਰਾ, ਉਹ ਤੈਨੂੰ ਜਾਣ ਸਕਦਾ ਜਿੰਦੇ ਤੇ ਤੂੰ ਕਿਰਪਾ ਕਰਕੇ ਉਸ ਨੂੰ ਤੂੰ ਜਨਾ ਦਿੰਦਾ ਹੈ। ਉਸੇ ਤਰ੍ਹਾਂ ਧੰਨ ਗੁਰੂ ਰਾਮਦਾਸ ਜੀ ਵੀ ਇੱਥੇ ਕਿਰਪਾ ਕਰਦੇ ਨੇ। ਗੁਰਮੁਖ ਆਪੇ ਅਲਖ ਲਖਈਆ। ਜਿਹੜਾ ਗੁਰਮੁਖ ਹੈ ਉਹ ਆਪ ਹੀ ਉਸ ਪ੍ਰਭੂ ਪਰਮਾਤਮਾ ਦੀ ਕਿਰਪਾ ਰਹਿਮਤ ਦੇ ਨਾਲ ਪਰਮਾਤਮਾ ਉਸ ਨੂੰ ਆਪਣਾ ਆਪ ਜਨਾਉਂਦਾ ਹੈ ਜੀ। ਨਾਨਕ ਦੀਨ ਦਿਆਲ ਭਏ ਹੈ, ਭਗਤ ਪਾਏ ਹਰ ਨਾਮ ਸਮਈਆ। ਧੰਨ ਗੁਰੂ ਜੀ ਰਹਿਮਤ ਕਰਦੇ ਨੇ। ਪਰਮਾਤਮਾ ਦੀਨਾਂ ਦੇ ਉੱਤੇ ਦਇਆ ਕਰਨ ਵਾਲਾ। ਦੀਨ ਦਾ ਅਰਥ ਗਰੀਬੀ ਵੀ ਹੁੰਦਾ ਹੈ, ਦੀਨ ਦਾ ਅਰਥ ਧਰਮ ਵੀ ਹੁੰਦਾ ਹੈ, ਦੀਨ ਦਾ ਅਰਥ ਜਿਹੜਾ ਇਹ ਹਲੀਮੀ ਵੀ ਹੁੰਦਾ ਹੈ। ਇੱਥੇ ਦੀਨ ਦਾ ਅਰਥ ਹਲੀਮੀ ਹੈ। ਦੀਨ ਦਿਆਲ, ਜਿਹੜਾ ਅੰਦਰੋਂ ਹਲੀਮੀ ਦਾ ਧਾਰਨੀ ਹੋ ਗਿਆ, ਜਿਸ ਨੇ ਅੰਦਰੋਂ ਹਲੀਮੀ ਨੂੰ ਧਾਰ ਲਿਆ ਹੈ। ਦੀਨ ਦਿਆਲ ਭਏ ਹੈ, ਭਗਤ ਭਾਈ ਹਰ ਨਾਮ ਸੁਮਈਆ। ਦੀਨ ਦਿਆਲ ਭਏ ਹੈ, ਪ੍ਰਭੂ ਪਰਮਾਤਮਾ ਹਲੀਮੀ ਵਾਲਿਆਂ ਦੇ ਉੱਤੇ ਦਇਆ ਕਰਨ ਵਾਲੇ ਨੇ। ਪ੍ਰਭੂ ਪਰਮਾਤਮਾ ਹਲੀਮੀਆਂ ਦੇ ਉੱਤੇ ਦਇਆ ਕਰਦੇ ਨੇ। ਭਗਤ ਪਾਏ ਹਰ ਨਾਮ ਸਮਈਆ। ਭਾਵਨਾ ਭਗਤੀ ਵਾਲੀ ਹੋਵੇ ਤੇ ਹਰੀ ਪਰਮਾਤਮਾ ਦਾ ਨਾਮ ਹੈ ਜਿਹੜਾ, ਉਹਦੇ ਵਿੱਚ ਫਿਰ ਸਮਾਜੀ ਤੇ ਪਰਮਾਤਮਾ ਦੇ ਨਾਮ ਦੇ ਵਿੱਚ ਉਹੀ ਸਮੁੰਦਾ ਹੈ ਜਿਹਦੇ ਅੰਦਰ ਭਾਵਨਾ ਹੈ, ਭਗਤੀ ਹੈ। ਭਗਤ ਪਾਏ ਹਰ ਨਾਮ ਸਮਈਆ। ਗੁਰੂ ਦੀ ਰਹਿਮਤ ਕਿਰਪਾ ਹੋ ਜਾਵੇ, ਅਸੀਂ ਭਗਤੀ ਭਾਵਨਾ ਵਾਲੇ ਹੋ ਜਾਈਏ। ਸਾਡੇ ਅੰਦਰ ਦੀ ਜਿਹੜੀ ਭਾਵਨਾ ਇਹ ਭਗਤੀ ਕਰਨ ਵਾਲੀ ਹੋ ਜਾਵੇ। ਹਰ ਨਾਮ ਸਮਈਆ, ਤੇ ਫਿਰ ਹਰੀ ਪਰਮਾਤਮਾ ਦਾ ਨਾਮ ਹੈ ਜਿਹੜਾ ਉਹ ਸਾਡੇ ਵਿੱਚ ਸਮਾ ਜਾਵੇਗਾ। ਅਸੀਂ ਪਰਮਾਤਮਾ ਦੇ ਨਾਮ ਦੇ ਵਿੱਚ ਸਮਾ ਜਾਵਾਂਗੇ। ਇਸ ਦੇ ਨਾਲ ਹੀ ਪਾਵਨ ਸ਼ਬਦ ਪਹਿਲਾ ਧੰਨ ਗੁਰੂ ਰਾਮਦਾਸ ਸੱਚੇ ਸਤਿਗੁਰ ਦਾ ਸੰਪੰਨ ਹੋਇਆ। ਕੱਲ੍ਹ ਨੂੰ ਦੂਜੇ ਸ਼ਬਦ ਦੀਆਂ ਵਿਚਾਰਾਂ ਆਪ ਗੁਰੂ ਜੀ ਆਪਣੇ ਦਾਸਰਿਆਂ ਤੋਂ ਸੇਵਾ ਲੈ ਲੈਣਗੇ। ਦੇਹੋ ਸੱਜਣ ਆਸੀਸ ਰੀਆ, ਜੋ ਹੋਵੇ ਸਹਿਬ ਸਿਉ ਮੇਲ। ਰਾਮ ਨਾਮ ਹੈ ਜੋਤ ਸਬਾਈ।